तिरंग महला पहला कार कीजा। एक ओंकार सतगुर प्रसाद। एहो तन माया पाहिया प्यारी, लेतड़ा लब रंगाई। मेरे कंता न पावै झूलड़ प्यारी, क्यों तन सिजै जाई। एहो तन माया पाहिया प्यारी, लीतड़ा लब रंगाई। मेरा कंता न पावै झूलड़ प्यारी, क्यों तन सिजा जाई। हाँ कुर्बान जाऊं मेहरबाना, हाँ कर बन जाओ। हाँ कुर्बान जाओ तना कै, लैन जो तेरा नाओ। लैन जो तेरा नाओ तना कै, हाँ कुर सद कुर्बान जाओ रहाओ। काया रंगन जे थिय प्यारे, पाइया नाओ मजीठा। रंगन वाला जे रंग साहिब, ऐसा रंग न डेठा। जिनके चोले रतड़े प्यारे, कंत तना कै पासा। तोड़ तना कीजे मिला जी कहो, नानक की अरदासा। आपे साजे आपे रंगे, आपे नदर करे। नानक का मन कंतै पावै, आपे ही रावे। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗ ਅਟਲ ਸ਼ਬਦਾ ਅਵਤਾਰ, ਦਸਾਂ ਬਾਦਸ਼ਾਹੀਆਂ ਦੀ ਆਤਮਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਔਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਭਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ। ਸਾਧ ਸੰਗਤ ਜੀਓ, ਇੱਕ 100 ਸੁਹਾਗਣ ਨਾਮੇ ਆਪਦੇ ਆਪ ਨੂੰ ਫਕੀਰ ਕਹਾਉਂਦਾ ਸੀ ਉਹ ਪਖੰਡੀ। ਅਤੇ ਉੱਥੇ ਪੁੰਨਿਆਂ ਦਾ ਸ਼ਾਇਦ ਮੱਸਿਆ ਦਾ ਮੇਲਾ ਲੱਗਦਾ ਹੁੰਦਾ ਸੀਗਾ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨਿਗਾਹ ਉਹ ਮੇਲੇ 'ਤੇ ਪਈ। ਮਹਾਰਾਜ ਨੇ ਸੋਚਿਆ ਕਿ ਚਲੋ ਇਸ ਪਖੰਡੀ ਦਾ ਭਲਾ ਕਰ ਜਾਈਏ, ਕਿਉਂਕਿ ਸਤਿਗੁਰੂ ਜੀ ਮੋਹਤਬਾਰਾਂ ਨੂੰ ਜ਼ਿਆਦਾ ਪਕੜਦੇ ਸਨ, ਜਿਹੜੇ ਆਪਦੇ ਆਪ ਨੂੰ ਸੰਤ ਪੀਰ ਜੋਗੀ ਕਿਸੇ ਸੰਸਥਾ ਦਾ ਮੁਖੀ ਕਹਾਉਂਦੇ ਸਨ।
ਉਹਨਾਂ ਨੂੰ ਉਪਦੇਸ਼ ਪਹਿਲ ਦੇ ਆਧਾਰ 'ਤੇ ਦਿਆ ਕਰਦੇ ਸਨ, ਤਾਂ ਕਿ ਜੇ ਮੁਖੀ ਬੰਦੇ ਸੁਧਰ ਜਾਣ ਤਾਂ ਆਪ ਦੇ ਆਪ ਹੀ ਬਾਕੀ ਜਨਤਾ ਸਿੱਧੇ ਰਸਤੇ ਪੈ ਜਾਵੇਗੀ। ਜਦ ਸਤਿਗੁਰੂ ਜੀ ਮੇਲੇ ਦੇ ਵਿੱਚ ਗਏ, ਗੇਟ 'ਤੇ ਜਿਹੜਾ ਪਹਿਰਾ ਲੱਗਾ ਸੀ, ਜਿਸ ਭੋਰੇ ਦੇ ਵਿੱਚ ਉਹ ਪਖੰਡੀ ਸਾਧ ਬੈਠਾ ਹੋਇਆ ਕੁਕਰਮ ਕਰ ਰਿਹਾ ਸੀ, ਪਹਿਰੇਦਾਰਾਂ ਨੂੰ ਪੁੱਛਿਆ ਕਿ ਅਸੀਂ ਸਾਧ ਨੂੰ ਮਿਲਣਾ ਹੈ। ਉਹ ਕਹਿਣ ਲੱਗੇ ਵੀ ਅੱਜ ਤਾਂ ਮਹਾਰਾਜ ਨੂੰ 100 ਦੇ ਦਰਸ਼ਨ ਹੋਣੇ ਨੇ। ਇਹ ਬੀਬੀਆਂ ਵਾਲੇ ਸੂਹੇ ਕੱਪੜੇ ਪਾ ਕੇ, ਚੰਗੀ ਸੁਰਖੀ ਬਿੰਦੀ ਮੂੰਹ ਦੇ ਲਾ ਕੇ, ਚੰਗਾ ਆਪਣਾ ਬੂਥਾ ਪਾਊਡਰ ਕਰੀਮਾਂ ਨਾਲ ਸਵਾਰ ਕੇ, ਸ਼ੀਸ਼ੇ ਅੱਗੇ ਬਹਿ ਕੇ ਹਾਰ ਸ਼ਿੰਗਾਰ ਲਾਉਂਦਾ, ਚੂੜਾ ਚਾੜਾ ਪਾ ਕੇ, ਅਤੇ ਬੀਬੀਆਂ ਵਾਂਗ ਇਹ ਸੱਜ ਫੱਬ ਕੇ ਲੋਕਾਂ ਨੂੰ ਇਹ ਗੱਲ ਪ੍ਰਚਾਰਦਾ ਸੀ ਕਿ ਮੈਂ ਇੱਕ ਸੁਹਾਗਣ ਬੀਬੀ ਦੀ ਤਰ੍ਹਾਂ ਹਾਂ। 100 ਮੇਰਾ ਰੱਬ ਹੈ ਜੋ ਕਿ ਅੱਜ ਪੁੰਨਿਆਂ ਨੂੰ ਮੈਨੂੰ ਦਰਸ਼ਨ ਦਿੰਦਾ ਹੈ, ਅਤੇ ਜਿਸ ਦਿਨ ਮੈਨੂੰ 100 ਦੀ ਪ੍ਰਾਪਤੀ ਹੋਵੇ ਉਸ ਦਿਨ ਮੇਰਾ ਕੁੰਡਾ ਨਾ ਕੋਈ ਖੜਕਾਵੇ। ਮੈਂ ਕਿਸੇ ਨੂੰ ਮਿਲਣਾ ਨਹੀਂ ਹੈ। ਮਾਰੇ ਕਹਿੰਦੇ ਆਵਾਜ਼ ਮਾਰ ਕੇ ਤਾਂ ਪੁੱਛੋ ਭਾਈ, ਕੀ ਪਤਾ ਉਹ ਮਿਲ ਹੀ ਪਵੇ ਸਾਨੂੰ। ਉਹਨੇ ਜਵਾਬ ਦੇ ਦਿੱਤਾ, ਕਹਿਣ ਲੱਗਾ ਕਿ ਮੈਂ ਨਹੀਂ ਅੱਜ ਕਿਸੇ ਨੂੰ ਮਿਲਣਾ, ਇਹਨਾਂ ਨੂੰ ਕਹੋ ਕਿ ਮੈਂ ਨਹੀਂ ਮਿਲ ਸਕਦਾ। ਜਦ ਸਤਿਗੁਰੂ ਮਹਾਰਾਜ ਜੀ ਨੂੰ ਜਵਾਬ ਦਿੱਤਾ ਤਾਂ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਆਪਣੀ ਪਿੱਠ ਘੁਮਾ ਲਈ, ਚਿਹਰਾ ਘੁਮਾ ਕੇ ਇਹਦੇ ਦਰਵਾਜ਼ੇ ਵੱਲ ਪਿੱਠ ਕਰਕੇ ਕਹਿਣ ਲੱਗੇ, ਚਲੋ ਭਾਈ ਬਾਲਾ ਜੀ ਅਤੇ ਮਰਦਾਨਾ ਜੀ, ਇੱਥੇ ਕੁਝ ਨਹੀਂ ਹੈ। ਜਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੰਝ ਆਖਿਆ ਕਿ ਇੱਥੇ ਕੁਝ ਨਹੀਂ ਹੈ, ਇੱਕਦਮ ਉੱਥੇ ਮੇਲੇ ਵਿੱਚ ਲੜਾਈ ਹੋ ਪਈ। ਡਾਂਗਾਂ, ਸੋਟੇ, ਇੱਟਾਂ, ਰੋੜੇ, ਧੱਕਾ ਮੁੱਕੀ, ਸਭ ਉੱਥੇ ਜਲੇਬੀਆਂ ਜਲੂਬੀਆਂ ਖਿਲਰ ਗਈਆਂ। ਜੋ ਪਕੌੜੇ ਸ਼ਕੌੜੇ ਸਭ ਖੇ ਖਰਾਬ ਹੋ ਗਏ। ਨੱਚਦੇ ਹੱਸਦੇ ਲੋਕ, ਉਹਨਾਂ ਦੇ ਸਿਰ ਪਾੜ ਗਏ, ਕਿਸੇ ਦੀ ਲੱਤ ਟੁੱਟ ਗਈ, ਕਿਸੇ ਦੀ ਬਾਂਹ ਮਰੋੜੀ ਗਈ। ਉਹ ਧੱਕਾ ਮੁੱਕੀ ਦੇ ਵਿੱਚ ਦਰਵਾਜ਼ੇ ਨੂੰ ਵੀ ਆ ਕੇ ਕੋਈ ਵੱਜਿਆ, ਉਹ ਕੰਡਾ ਖੁੱਲ੍ਹ ਗਿਆ, ਦਰਵਾਜ਼ਾ ਟੁੱਟ ਗਿਆ। ਲੋਕ ਮਸਤੀ ਕਰਦੇ ਹੋਏ ਅੰਦਰ ਹੀ ਚਲੇ ਗਏ ਤੇ ਭੋਰੇ ਵਿੱਚ। ਅੰਦਰ ਜਾ ਕੇ ਕੀ ਵੇਖਿਆ, ਇੱਕ ਨੌਜਵਾਨ ਲੜਕੀ ਦੇ ਨਾਲ ਕੁਕਰਮ ਕਰ ਰਿਹਾ ਸੀ। ਇਹਦੇ ਸਿਰ ਦੇ ਵਾਲਾਂ ਨੂੰ ਫੜ ਕੇ ਇਹਨੂੰ ਧੋ ਕੇ ਬਾਹਰ ਲਿਆ ਕੇ ਅਤੇ ਚੰਗਾ ਇਹਨੂੰ ਗਾਹ ਦੀ ਤਰ੍ਹਾਂ ਲੰਮੇ ਪਾ ਕੇ ਚੰਗਾ ਇਹਨੂੰ ਧਪਿਆਇਆ, ਚੰਗਾ ਕੁੱਟਿਆ, ਕੱਪੜੇ ਪਾੜ ਕੇ ਅਤੇ ਖੂਨ ਖਾਣ ਵਗਾ ਕੇ ਇਹਨੂੰ ਧੱਕੇ ਮਾਰ ਕੇ ਬੁਰੀ ਹਾਲਤ ਵਿੱਚ ਡੇਰੇ ਵਿੱਚੋਂ ਬਾਹਰ ਕੱਢ ਦਿੱਤਾ। ਇਹ ਪਾਕਿਸਤਾਨ ਦੀ ਗੱਲ ਹੈ, ਜਿੱਥੇ ਸ਼ਾਇਦ ਸਤਕਰਾ ਸ਼ਹਿਰ ਹੈ। ਤੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਪਖੰਡੀ ਸੀਗਾ 100 ਸੁਹਾਗਣ, ਗੁਰੂ ਜੀ ਤੋਂ ਬੇਮੁਖ ਹੋਣ ਕਰਕੇ ਉਹਦਾ ਪਖੰਡ ਮਹਾਰਾਜ ਨੇ ਨੰਗਾ ਕਰਕੇ ਦੁਨੀਆ ਨੂੰ ਦਿਖਾਇਆ ਕਿ ਵੇਖ ਲਓ, ਜਿਨ੍ਹਾਂ ਸਾਧਾਂ ਦੇ ਤੁਸੀਂ ਮਗਰ ਲੱਗੇ ਹੋਏ ਹੋ ਉਹਨਾਂ ਦੀ ਐਸੀ ਹਾਲਤ ਹੈ। ਕਿਤੇ ਸਾਲ 2 ਸਾਲ ਬਾਅਦ ਫਿਰ ਮਹਾਰਾਜ ਵਿਚਰਦੇ ਹੋਏ ਉੱਥੇ ਆਣ ਪਹੁੰਚੇ। ਉੱਥੇ ਇੱਕ ਬਿਰਧ ਮਾਤਾ ਸਤਿਗੁਰਾਂ ਨੂੰ ਯਾਦ ਕਰਦੀ ਹੁੰਦੀ ਸੀ।
ਉਹਦੇ ਸੱਚੇ ਸੁੱਚੇ ਪ੍ਰੇਮ ਦਾ ਸਦਕਾ ਗੁਰੂ ਜੀ ਉਸ ਦੇ ਘਰ ਠਹਿਰੇ। ਮਾਤਾ ਨੂੰ ਪੁੱਛਿਆ, ਮਾਤਾ ਇੱਥੇ ਇੱਕ ਡੇਰਾ ਹੁੰਦਾ ਸੀਗਾ। ਕਹਿੰਦੇ ਜੀ ਕਿਹੜਾ ਡੇਰਾ? ਕਹਿੰਦੇ ਉਹ ਜਿਹੜਾ ਸੌ ਸੁਹਾਗਣ ਸੀਗਾ ਉਹਦਾ ਕੀ ਬਣਿਆ? ਮੇਲਾ ਮੁਲਾ ਲੱਗਦਾ ਜਾਂ ਨਹੀਂ? ਕਹਿੰਦੀ ਮਹਾਰਾਜ ਤੁਸੀਂ ਮੇਲੇ ਦੀ ਗੱਲ ਕਰਦੇ ਹੋ। ਇੱਕ ਰੱਬ ਦੇ ਫਕੀਰ ਉਹਨੂੰ ਮਿਲਣ ਵਾਸਤੇ ਆਏ, ਉਹ ਹੰਕਾਰੀ ਹੋ ਗਿਆ, ਉਹ ਮਿਲਿਆ ਨਹੀਂ। ਉਹਨਾਂ ਪਤਾ ਨਹੀਂ ਕਿਸ ਤਰ੍ਹਾਂ ਦਾ ਬਚਨ ਛੱਡਿਆ, ਮੇਲੇ 'ਚ ਲੜਾਈ ਹੋ ਪਈ। ਇਸ ਗੱਲ ਨੂੰ ਤਾਂ ਸਾਲ 2 ਸਾਲ ਹੋ ਚੱਲੇ ਨੇ। ਅੰਦਰ ਕੁਕਰਮ ਕਰਦਾ ਲੋਕਾਂ ਨੇ ਪਕੜ ਲਿਆ ਅਤੇ ਉਹਨਾਂ ਕੁੱਟ ਕੇ ਧੱਕੇ ਮਾਰ ਕੇ ਡੇਰੇ 'ਚੋਂ ਬਾਹਰ ਕੱਢਤਾ। ਉੱਥੇ ਤੁਹਾਨੂੰ ਕੱਖ ਨਹੀਂ ਹੈ, ਕੋਈ ਮੇਲਾ ਮੁੱਲਾ ਨਹੀਂ ਲੱਗਦਾ। ਮਾਰੇ ਕਹਿੰਦੇ ਅੱਛਾ। ਇੰਨੇ ਚਿਰ ਨੂੰ ਇੱਕ ਲੂਲਾ ਅਤੇ ਪਿੰਗਲਾ, ਜਿਹਦੇ ਹੱਥ ਅਤੇ ਪੈਰ ਨਿਕੰਮੇ ਸਨ, ਹੱਥਾਂ ਤੋਂ ਲੂਲਾ ਸੀ, ਪੈਰਾਂ ਤੋਂ ਪਿੰਗਲਾ ਸੀ, ਇੱਕ ਦੁਖੀ ਮਨੁੱਖ ਰਿੜਦਾ ਰਿੜਦਾ ਉਹ ਮਾਤਾ ਦੇ ਘਰ ਅੱਗੇ ਆਣ ਖੜਾ ਹੋਇਆ। ਉੱਚੀ ਸਾਰੀ ਅਰਦਾਸਾਂ ਬੇਨਤੀਆਂ ਕਰਨ ਲੱਗਾ, ਕਿਉਂਕਿ ਗੁਰੂ ਜੀ ਨੂੰ ਅੰਦਰ ਜਾਂਦਿਆਂ ਉਹਨੇ ਵੇਖ ਲਿਆ ਸੀਗਾ। ਉਹਦੀ ਪਤਾ ਨਹੀਂ ਕਿਸ ਤਰ੍ਹਾਂ ਦੀ ਸ਼ਰਧਾ ਵੱਜੀ। ਦੁਖੀ ਬੰਦਾ ਸ਼ਰਧਾ ਕਰਦਾ ਹੀ ਕਰਦਾ ਹੈ ਕਿ ਮੇਰੀ ਸ਼ਾਇਦ ਮੁਰਾਦ ਪੂਰੀ ਹੋ ਜਾਏ। ਕਹਿਣ ਲੱਗਾ, ਇਹ ਰੱਬ ਦੇ ਪਿਆਰਿਓ, ਮਹਾਂਪੁਰਖੋ, ਤੁਸੀਂ ਰੱਬ ਦਾ ਰੂਪ ਹੋ, ਮੈਂ ਦੁਖੀ ਹਾਂ, ਕਿਰਪਾ ਕਰੋ, ਮੇਰੀਆਂ ਲੱਤਾਂ ਅਤੇ ਬਾਹਾਂ ਸਹੀ ਕਰ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਹਰ ਆਏ ਅਤੇ ਮਹਾਰਾਜ ਨੇ ਉਹਦੀਆਂ ਲੱਤਾਂ ਅਤੇ ਬਾਹਾਂ ਸਾਬਤ ਕਰ ਦਿੱਤੀਆਂ। ਫਿਰ ਮਹਾਰਾਜ ਕਹਿੰਦੇ ਜਾ ਭਈ ਮੌਜ ਲੈ, ਰੱਬ ਦਾ ਨਾਮ ਜਪਿਆ ਕਰ। ਪਰ ਜੇ ਕੋਈ ਤੈਨੂੰ ਪੁੱਛੇ ਕਿ ਤੈਨੂੰ ਠੀਕ ਕਿਹਨੇ ਕੀਤਾ ਹੈ ਤਾਂ ਕੀ ਜਵਾਬ ਦੇਵੇਂਗਾ? ਕਹਿੰਦਾ ਜੀ ਜਿਵੇਂ ਆਪ ਜੀ ਆਖੋ। ਮਹਾਰਾਜ ਕਹਿੰਦੇ ਸਾਡਾ ਨਾਂ ਨਹੀਂ ਕਿਸੇ ਕੋਲ ਲੈਣਾ। ਤੂੰ ਇਹ ਕਹਿਣਾ ਹੈ ਕਿ ਮੈਨੂੰ ਸੌ ਸੁਹਾਗਣ ਨੇ ਸਹੀ ਕੀਤਾ ਹੈ। ਕਹਿੰਦਾ ਜੀ 7 ਬਚਨ। ਇੰਜ ਉਹਨੇ ਸਾਰੇ ਪਿੰਡ 'ਚ ਰੌਲਾ ਪਾਤਾ। ਉਹ ਸਾਰੇ 100 ਸੁਹਾਗਣ ਹੋਣ ਲੱਗ ਪਈ। ਲੋਕ ਕਹਿਣ ਲੱਗੇ ਕਿ ਅਸਾਂ ਨੇ ਗਲਤੀ ਕੀਤੀ ਹੈ, ਉਹ ਤਾਂ ਅਸਲੀ ਸੰਤ ਸੀਗਾ। ਇੰਨੇ ਚਿਰ ਨੂੰ 100 ਸੁਹਾਗਣ ਨੇ ਖੁਦ ਆਪ ਹੀ ਪੁੱਛ ਲਿਆ। ਪਾਟੀ ਉਹਦੇ ਕੱਪੜੇ ਅਤੇ ਸਿਰ ਉਹਦਾ ਖਿਲਰਿਆ ਹੋਇਆ, ਬੁਰੇ ਹਾਲ, ਗਰਮੀ ਦਾ ਮਾਰਿਆ। ਕਹਿਣ ਲੱਗਾ ਵੀ 100 ਸੁਹਾਗਣ ਤਾਂ ਮੈਂ ਹੀ ਹਾਂ, ਸੱਚ ਦੱਸ, ਤੂੰ ਝੂਠ ਕਿਉਂ ਬੋਲਦਾ ਪਿਆ ਹੈ? ਮੇਰੇ ਵਿੱਚ ਤਾਂ ਇੱਕ ਰੱਤੀ ਭਰ ਵੀ ਸ਼ਕਤੀ ਨਹੀਂ, ਮੈਂ ਤੈਨੂੰ ਕੀ ਠੀਕ ਕਰ ਸਕਦਾ? ਮੈਂ ਤਾਂ ਆਪ ਗਲਤ ਹਾਂ। ਤੂੰ ਦੱਸ ਕਿ ਤੈਨੂੰ ਠੀਕ ਕਿਹਨੇ ਕੀਤਾ ਹੈ? ਕਹਿਣ ਲੱਗਾ ਕਿ ਉਹ ਮਾਤਾ ਦੇ ਘਰ ਫਲਾਣੀ ਮਾਤਾ ਹੈ, 3 ਮਹਾਂਪੁਰਖ 3 ਸਾਧੂ ਆਏ ਨੇ। ਉਹਨਾਂ ਮੈਨੂੰ ਆਖਿਆ ਕਿ ਸਾਡਾ ਨਾਂ ਨਹੀਂ ਲੈਣਾ, ਕਿਸੇ ਨੂੰ ਸਾਡਾ ਨਾਂ ਦੱਸਣਾ ਨਹੀਂ ਹੈ। ਉਹਨਾਂ ਦੇ ਕਹਿਣ ਤੋਂ ਮੈਂ ਤੇਰਾ ਨਾਮ ਲੈ ਰਿਹਾ। ਕਹਿਣ ਲੱਗਾ ਚੱਲ ਮੈਨੂੰ ਦਰਸ਼ਨ ਕਰਾ। ਸ਼ਾਇਦ ਉਹੀ ਮਹਾਂਪੁਰਖ ਨੇ ਜਿਹੜੇ ਮੇਰੇ ਡੇਰੇ ਆਏ ਸਨ, ਅਤੇ ਮਾੜੇ ਕਰਮਾਂ ਕਰਕੇ ਮੈਂ ਉਹਨਾਂ ਦੀ ਦਰਸ਼ਨ ਨਹੀਂ ਕਰ ਸਕਿਆ। ਤਾਂ ਸਾਧ ਸੰਗਤ ਜੀ ਉਹ ਜਿਹੜਾ 100 ਸੁਹਾਗਣ ਨਾਮੇ ਪਖੰਡੀ ਸੀਗਾ, ਉਹ ਮਾਤਾ ਦੇ ਘਰ ਆ ਕੇ ਅਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਚਰਨੀ ਪਿਆ। ਸਤਿਗੁਰਾਂ ਦੇ ਪੈਰ ਫੜ ਕੇ ਅਰਦਾਸਾਂ ਬੇਨਤੀਆਂ ਕਰਨ ਲੱਗਾ ਕਿ ਇਹ ਸੱਚੇ ਪਾਤਸ਼ਾਹ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨ ਵਿਚਾਰੋ ਕੋਈ,
माटी का क्या धूप है स्वामी, मानस की गाते ही। जेता समुंद सागर नीर भरिया, तेते अवगुण हमारी, दया करो किश मेहर उपावो, डुबदे पत्थर तारे। जीअड़ा अग्न बराबर तपै, भीतर वगै काती, प्रणमत नानक हुक्म पछाणै, सुख होवे दिन राती। मैनू बख्श लो जी। ਤਾਂ ਸਤਿਗੁਰਾਂ ਨੇ 100 ਸੁਹਾਗਣ ਦੇ ਪਰਤਾਏ। ਇਹ ਜੋ ਆਪ ਨੇ ਸੋ ਪਾਠੀ ਸਿੰਘ ਦੇ ਪਾਸੋਂ ਸ਼ਬਦ ਦਾ ਪਾਠ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ 100 ਸੁਹਾਗਣ ਦੇ ਪਰਤਾਏ ਉਪਦੇਸ਼ ਰੂਪ ਦੇ ਵਿੱਚ ਉਚਾਰਨ ਕੀਤਾ ਹੈ। ਜੋ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ ਹੈ। ਸਾਡੇ ਸਭਨਾਂ ਵਾਸਤੇ ਹੈ ਕਿ ਪਖੰਡ ਨਹੀਂ ਕਰਨਾ, ਭੇਖ ਦਿਖਾ ਕੇ ਜਗਤ ਨੂੰ ਲੁੱਟਣਾ ਨਹੀਂ ਹੈ, ਅੰਦਰੋਂ ਹੋਰ ਬਾਹਰੋਂ ਹੋਰ ਐਸਾ ਜੀਵਨ ਨਹੀਂ, ਕੁਕਰਮਾਂ ਤੋਂ ਬਚ ਕੇ ਰਹਿਣਾ ਹੈ, ਜਿਹੜੀ ਚੌਥੀ ਬਜਰ ਕਰੈਤ ਮੰਨੀ ਗਈ ਹੈ। ਸੋ ਇਹਦੇ ਤੋਂ ਆਪਦੇ ਆਪ ਨੂੰ ਬਚਾ ਕੇ ਰੱਖਣਾ ਹੈ, ਜਿਸ ਕਰਕੇ ਚੜ੍ਹਦੀ ਕਲਾ ਰਵੇ। ਨਹੀਂ ਤਾਂ ਬਾਣੀ ਪੜ੍ਹੀ, ਪਾਠ ਕੀਤਾ, ਨਾਮ ਜਪਿਆ, ਉਹ ਪਾਣੀ ਵਿੱਚ ਮਰੀ ਖੇਤੀ ਦੀ ਤਰ੍ਹਾਂ ਸਭ ਕੁਝ ਸਾਧ ਸੰਗਤ ਜੀ ਉਹ ਫਲ ਤੋਂ ਸਖਣਾ ਜਾਏਗਾ, ਮਨ ਨੂੰ ਸ਼ਾਂਤੀ ਨਹੀਂ ਆਏਗੀ, ਕਿਉਂਕਿ ਵਿਣ ਗੁਣ ਕੀਤੇ ਭਗਤ ਨਾ ਹੋਏ। ਜੇ ਗੁਣ ਨਹੀਂ ਹਨ ਤਾਂ ਭਗਤੀ ਦਾ ਕੋਈ ਫਾਇਦਾ, ਕੋਈ ਲਾਭ ਨਹੀਂ ਹੈ। ਭਗਤੀ ਪ੍ਰਾਪਤ ਪਹਿਲੀ ਤਾਂ ਗੱਲ ਹੁੰਦੀ ਨਹੀਂ, ਜੇ ਹੋ ਜਾਏ ਉਹਦਾ ਫਲ ਨਹੀਂ ਮਿਲਦਾ। ਤੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਜਤ ਸੱਚ ਪਰਪੱਕ ਰਹਿਣ ਦਾ ਉਪਦੇਸ਼ ਦੇ ਕੇ ਇਹ ਪਾਵਨ ਉਪਦੇਸ਼ ਦ੍ਰਿੜ ਕਰਾਇਆ। ਆਓ ਪਿਆਰ ਸਤਿਕਾਰ ਦੇ ਨਾਲ ਇਹ ਸ਼ਬਦ ਦੀ ਕਥਾ ਵਿਚਾਰ ਸਰਵਣ ਕਰੋ ਜੀ। ਗੱਜ ਕੇ ਕਹਿ ਦਿਓ ਸਤਿਨਾਮ ਸ੍ਰੀ ਵਾਹਿਗੁਰੂ ਜੀ। ਤਿਲੰਗ ਮਹੱਲਾ ਪਹਿਲਾ ਘਰ ਤੀਜਾ। ਤਿਲੰਗ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੀਜੇ ਘਰ ਸੁਰਤਾਲ ਦੇ ਵਿੱਚ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਸੋ ਸਤਿਗੁਰਾਂ ਦੇ ਪਾਸ 100 ਸੁਹਾਗਣਾ ਬਣ ਕੇ ਬਹੁਤ ਲੋਕ ਆਇਆ ਕਰਦੇ ਅਤੇ ਬੇਨਤੀ ਕਰਦੇ ਕਿ ਸਾਨੂੰ 100 ਦੀ ਗੱਲ ਸੁਣਾਓ। ਤਦ ਸਤਿਗੁਰੂ ਜੀ ਇਸਤਰੀ ਦਾ ਰੂਪਕ ਅਲੰਕਾਰ ਬਣਦੇ ਹੋਏ ਉਹਨਾਂ ਦੇ ਪਰਥਾਏ ਸੋ ਸ਼ਬਦ ਉਚਾਰਨ ਕਰਦੇ। ਪਹਿਲਾਂ ਬੀਜ ਮੰਤਰ ਉਚਾਰਦੇ ਨੇ ਕਿ ਇੱਕ ਅਦੁੱਤੀ ਬ੍ਰਹਮ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਹ ਪਿਆਰੇ ਜੀਵਾਂ ਦੇ ਸਰੀਰ ਭਾਵ ਸੁਖ ਮਨ ਰੂਪੀ ਚੋਲੇ ਨੂੰ ਮਾਇਆ ਦੀ ਪਾ ਲੱਗੀ ਹੋਈ ਹੈ। ਦੁਨੀਆ ਨੂੰ ਇੱਕੋ ਕੰਮ ਹੈ, ਖਾ ਲਿਆ ਪੀ ਲਿਆ ਅਤੇ ਬੋਝੀਆਂ ਭਰ ਕੇ ਪੈਸਾ ਜੋੜ ਲਿਆ। ਜੋੜਨ ਦੇ ਲੋਭ ਰੂਪੀ ਰੰਗ ਦੇ ਵਿੱਚ, ਖਾਣ ਪੀਣ ਦੇ ਵਿੱਚ ਇਹ ਮਨ ਰੂਪ ਚੋਲੇ ਨੂੰ ਰੰਗਾ ਲਿਆ ਹੋਇਆ ਹੈ। ਕੱਪੜੇ ਨੂੰ ਉੱਤਮ ਰੰਗ ਚੜਾਉਣ ਲਈ ਫਟਕੜੀ ਆਦਿਕ ਦੀ ਦਿੱਤੀ ਪਾਣ ਨੂੰ ਪਾ ਕਹਿੰਦੇ ਹਨ। हे ਪਿਆਰੇ, ਅਜਿਹਾ ਮਨ ਰੂਪੀ ਚੋਲਾ ਸਾਡੇ ਪਤੀ ਪਰਮੇਸ਼ਰ
ਅਕਾਲ ਪੁਰਖ ਵਾਹਿਗੁਰੂ ਨੂੰ ਭਾਉਂਦਾ ਨਹੀਂ, ਚੰਗਾ ਨਹੀਂ ਲੱਗਦਾ ਹੈ। ਕਿਉ ਤਨ ਸਿਜੈ ਜਾਏ। ਫਿਰ ਜੀਵ ਰੂਪ ਇਸਤਰੀ ਕਿਵੇਂ ਪਤੀ ਦੀ ਸਰੂਪ ਰੂਪ ਸੇਜਾ ਦੇ ਉੱਪਰ ਜਾ ਸਕਦੀ ਹੈ, ਜਾਂ ਉਹਨਾਂ ਦੀ ਅੰਤਕਰਨ ਰੂਪ ਸੇਜਾ 'ਤੇ ਪਤੀ ਪਰਮੇਸ਼ਰ ਕਿਵੇਂ ਪ੍ਰਗਟ ਹੋ ਸਕਦਾ, ਭਾਵ ਨਹੀਂ ਹੋ ਸਕਦਾ ਹੈ। ਆਓ ਕੁਰਬਾਨ ਜਾਓ ਮਿਹਰਬਾਨਾ। ਇਹ ਕਿਰਪਾ ਕਰਨ ਵਾਲੇ ਵਾਹਿਗੁਰੂ, ਅਸੀਂ ਤੁਹਾਡੇ ਸਰੂਪ ਤੋਂ ਮਨ ਬਾਣੀ ਸਰੀਰ ਕਰਕੇ ਕੁਰਬਾਨ ਜਾਂਦੇ, ਬਲਿਹਾਰ ਜਾਂਦੇ ਹਾਂ। ਅਤੇ ਅਸੀਂ ਤੁਹਾਡੇ ਨਾਮ ਤੋਂ ਵੀ ਬਲਿਹਾਰ ਜਾਂਦੇ ਹਾਂ। ਫਿਰ ਅਸੀਂ ਉਹਨਾਂ ਦੇ ਉੱਪਰੋਂ ਵੀ ਬਲਿਹਾਰ ਜਾਂਦੇ ਹਾਂ। ਜਿਹੜੇ ਮਹਾਤਮਾ ਜਨ ਬਾਣੀ ਕਰਕੇ ਤੁਹਾਡਾ ਨਾਮ ਲੈਂਦੇ ਭਾਵ ਜਪਦੇ ਨੇ, ਹਉ ਤਿਨ ਕਹਿ ਬਲਿਹਾਰਨ, ਜਿਨ੍ਹਾਂ ਨਾਮੇ ਲੱਗਾ ਪਿਆਰ। ਸੋ ਹੀ ਮਿਹਰਬਾਨ ਪਰਮਾਤਮਾ, ਜਿਹੜੇ ਸੰਤ ਮਹਾਤਮਾ ਤੇਰਾ ਨਾਮ ਲੈਂਦੇ ਭਾਵ ਜਪਦੇ ਨੇ, ਉਹਨਾਂ ਦੇ ਤਾਈਂ ਅਸੀਂ ਸੈਂਕੜੇ ਵਾਰ ਬਲਿਹਾਰ ਜਾਂਦੇ ਹਾਂ। ਅਰਥ ਕਰਨ ਲਈ ਤਾਂ ਨਾਉ 'ਤੇ ਵਿਸ਼ਰਾਮ ਲੱਗਾ ਹੈ, ਪਰ ਜਦ ਪਾਠ ਕਰਨਾ ਹੈ ਤਾਂ ਕਹਿ 'ਤੇ ਵਿਸ਼ਰਾਮ ਲਾਉਣਾ। ਲੈਣ 'ਤੇ ਜੋ ਤੇਰਾ ਨਾਉ ਤਿਨਾਂ ਕਹਿ, ਪਾਠ ਦਾ ਵਿਸ਼ਰਾਮ ਇੱਥੇ ਹੀ ਹੈ ਚਾਲ ਮੁਤਾਬਕ। ਹਉ ਸਤਿਗੁਰ ਬੰਨ੍ਹੈ ਜਾਉ ਬਾਅਦ ਵਿੱਚ ਕਹਿਣਾ ਹੈ। ਜਦ ਅਰਥ ਕਰਨੇ ਨੇ, ਅਰਥਾਂ ਦੇ ਮੁਤਾਬਕ ਲੈਣ ਜੋ ਤੇਰਾ ਨਾਉ। ਇਹ ਮਹਾਰਾਜ, ਜਿਹੜੇ ਸੰਤ ਮਹਾਤਮਾ ਤੇਰਾ ਨਾਮ ਲੈਂਦੇ ਭਾਵ ਜਪਦੇ ਨੇ, ਤਿਨਾਂ ਕੇ ਹਉ ਸਤਿਗੁਰ ਬੰਨ੍ਹੈ ਜਾਉ, ਇਹ ਅਰਥ ਮੁਤਾਬਕ ਹੈ। ਉਹਨਾਂ ਦੇ ਤਾਈਂ ਅਸੀਂ ਸੈਂਕੜੇ ਵਾਰ ਬਲਿਹਾਰ ਕੁਰਬਾਨ ਜਾਂਦੇ ਹਾਂ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਹੇ ਪਿਆਰੇ, ਜੇਕਰ ਸਰੀਰ ਸ਼ੁੱਧ ਬੁੱਧੀ ਰੂਪ ਮੱਟੀ ਹੋਵੇ ਜਾਂ ਸਤਸੰਗਤ ਰੂਪ ਮਟਕੀ ਹੋਵੇ, ਅਤੇ ਸਰੀਰ ਬੁੱਧ ਰੂਪੀ ਕੱਪੜਾ ਕਰਨਾ ਕਰੇ, ਔਰ ਫਿਰ ਪਰਮੇਸ਼ਰ ਦਾ ਨਾਮ ਰੂਪੀ ਮਜੀਠਾ ਰੰਗ ਪ੍ਰੇਮ ਰੂਪੀ ਜਲ ਦੇ ਵਿੱਚ ਪਾਉਣਾ ਕਰੇ। ਬਨਸਪਤੀ ਵਿੱਚ ਇੱਕ ਮਜੀਠ ਨਾਮੇ ਵੇਲ ਹੈ, ਜਿਹਦੀਆਂ ਡੋਡੀਆਂ 'ਚੋਂ ਅਤਿਅੰਤ ਗੂੜਾ ਰੰਗ ਲਾਲ ਨਿਕਲਦਾ ਹੈ, ਜੋ ਬਸਤਰ ਨੂੰ ਚਾੜ੍ਹਿਆ ਜਾਂਦਾ ਹੈ। ਇਹ ਰੰਗ ਬਸਤਰ ਦੇ ਪਾਟਣ ਤੱਕ ਉਤਰਦਾ, ਭਾਵ ਫਿੱਕਾ ਨਹੀਂ ਪੈਂਦਾ। ਸਤਿਗੁਰੂ ਜੀ ਨੇ ਇੱਥੇ ਮਜੀਠ ਰੰਗ ਤੋਂ ਭਗਤੀ ਰੂਪ ਗੂੜੇ ਰੰਗ ਦਾ ਦ੍ਰਿਸ਼ਟਾਂਤ ਦਿੱਤਾ ਹੈ। ਜੇਕਰ ਰੰਗਣ ਵਾਲੇ ਲਾਰੀ ਗੁਰੂ ਸਾਹਿਬ ਜੀ ਬੁੱਧੀ ਰੂਪ ਬਸਤਰ ਨੂੰ ਰੰਗ ਦੇਣ, ਤਾਂ ਅਜਿਹਾ ਗਿਆਨ ਰੂਪ ਰੰਗ ਚੜ੍ਹਦਾ ਹੈ, ਜੋ ਕਦੇ ਕਿਤੇ ਵੇਖਿਆ ਵੀ ਨਾ ਹੋਵੇ। ਭਾਵ ਰੰਗ ਕਦੇ ਵੀ ਉਤਰਦਾ ਨਹੀਂ ਹੈ। ਕਾਇਆ ਕਾਪਰ ਚੀਰ ਬੋਫਾਰੇ, ਹਰ ਰੰਗ ਨ ਲਹੈ ਸੁਭਾਗਾ। ਹੇ ਪਿਆਰੇ, ਜਿਨ੍ਹਾਂ ਦੇ ਮਨ ਬੁੱਧ ਰੂਪ ਚੋਲੇ ਪਰਮੇਸ਼ਰ ਦੇ ਨਾਮ ਜਾਂ ਭਗਤੀ ਰੂਪ ਮਜੀਠੀ ਰੰਗ 'ਚ ਰੰਗੇ ਗਏ ਹਨ, ਉਹਨਾਂ ਗੁਰਮੁਖ ਜਨਾਂ ਦੇ ਕੋਲ ਸਦਾ ਹੀ ਪਤੀ ਪਰਮੇਸ਼ਰ ਵਸਦਾ ਹੈ। ਸਤਿਗੁਰੂ ਮਹਾਰਾਜ ਕਥਨ ਕਰਦੇ, ਜੇਕਰ ਤਿਨਾਂ ਗੁਰਮੁਖ ਜਨਾਂ ਦੇ ਚਰਨਾਂ ਦੀ ਧੂੜੀ ਮਿਲ ਜਾਵੇ ਇਸ ਜੀਵ ਆਤਮਾ ਨੂੰ, ਇਸ ਲਈ ਉਹਨਾਂ ਨੂੰ ਹਿਰਦੇ ਕਰਕੇ ਜੀਓ ਕਹਿਣਾ ਕਰੀਏ।
ਜੇ ਕੋ ਜੀਉ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਜੇ ਜੀ ਕਹਿਣ ਨੂੰ ਜੀ ਨਾ ਕਰੇ ਤਾਂ ਫਿਰ ਚੁੱਪ ਹੀ ਰਹੀਏ, ਕੋਈ ਬੁਰਾ ਨਾ ਆਖੀਏ। ਸਾਡੇ ਜਨਾਂ ਦੀ ਤਾਂ ਇਹੀ ਅਰਦਾਸ, ਇਹੀ ਬੇਨਤੀ ਹੈ। ਆਪੇ ਸਾਜੇ ਆਪੇ ਰੰਗੇ। हे ਪਿਆਰੇ, ਉਹ ਪਰਮੇਸ਼ਰ ਆਪ ਹੀ ਸੂਖਮ ਸਥੂਲ ਤੱਤਾਂ ਦੁਆਰਾ ਸ੍ਰਿਸ਼ਟੀ ਨੂੰ ਸਾਜਦਾ ਹੈ। ਐਸੇ ਪ੍ਰਕਾਰ ਆਪੇ ਸਾਜੇ ਆਪੇ ਰੰਗੇ। ਵਿਵੇਕ ਬੈਰਾਗ ਖਟ ਸਮਧੀ ਮਮੋਖ ਇੱਛਾ ਰੂਪ ਤਾਣੀ ਦਾ ਸੋਤ ਸ਼ਰਮਣ ਮਨ ਨਿਧਿਆਸਨ ਤਤਵੰਗ ਦਾ ਸ਼ਸ਼ੋਧਨ ਪੇਟੀ ਦਾ ਸੋਤ ਮਿਲ ਕੇ ਬ੍ਰਹਮ ਗਿਆਨ ਰੂਪ ਬਸਤਰ ਸਾਜਣਾ ਕਰਦਾ ਹੈ। ਆਪ ਹੀ ਸਾਰੇ ਭਗਤ ਪ੍ਰੇਮਾ ਭਗਤ ਰੂਪ ਰੰਗ ਦੇ ਵਿੱਚ ਰੰਗਣਾ ਕੀਤੇ ਹਨ। ਇਸੇ ਪ੍ਰਕਾਰ ਆਪੇ ਸਾਜੇ ਆਪੇ ਰੰਗੇ। ਆਪ ਸ਼ੁਭ ਗੁਣਾਂ ਨੂੰ ਸਾਜਦਾ ਤੇ ਪ੍ਰੇਮ ਰੰਗ ਦੇ ਵਿੱਚ ਭਗਤਾਂ ਨੂੰ ਰੰਗਦਾ ਹੈ। ਆਪੇ ਨਦਰ ਕਰੇ। ਆਪ ਹੀ ਉਹਨਾਂ ਤੇ ਆਪ ਦੀ ਕਿਰਪਾ ਦੀ ਦ੍ਰਿਸ਼ਟੀ ਕਰਦਾ ਹੈ। ਨਾਨਕਾਏ ਕੰਮਣ ਕੰਤੈ ਪਾਵੈ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ, ਜੇਕਰ ਇਹ ਜੀਵ ਰੂਪ ਇਸਤਰੀ ਆਭਾਸ ਬਿਰਤੀ ਰੂਪ ਇਸਤਰੀ ਪਤੀ ਪਰਮੇਸ਼ਰ ਨੂੰ ਭਾ ਜਾਵੇ ਆਪੇ ਹੀ ਰਾਵੇ। ਤਾਂ ਉਸ ਨੂੰ ਪਤੀ ਪਰਮੇਸ਼ਰ ਆਪ ਹੀ ਰਾਮ ਦਾ ਭਾਵ ਆਪਣਾ ਆਨੰਦ ਦੇ ਕੇ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ। ਤਿਲੰਗਾ ਮਹੱਲਾ ਪਹਿਲਾ। ਸੋ ਜਿਹੜੀ ਇਸਤਰੀ ਹੈ ਪਤੀ ਪ੍ਰਤੀ ਉਹਦੇ ਮਨ 'ਚ ਕਾਲਖ ਨਹੀਂ ਹੋਣੀ ਚਾਹੀਦੀ। ਭਾਵੇਂ ਗਲਤੀ ਹੈ ਪਰ ਸੱਚ ਬੋਲਣਾ ਚਾਹੀਦਾ ਹੈ। ਜਿਹੜਾ ਝੂਠ ਬੋਲਣਾ ਬਹੁਤੇ ਦਿਨ ਨਹੀਂ ਚੱਲਦਾ। ਮਨ ਦੀ ਕਾਲਖ ਮਨ ਵਿੱਚ ਟਿਕਾਓ ਅਤੇ ਸ਼ਾਂਤੀ ਨਹੀਂ ਆਉਣ ਦਿੰਦੀ ਹੈ। ਇੱਕ ਨਾ ਇੱਕ ਦਿਨ ਸਭ ਕੁਝ ਜ਼ਾਹਰ ਹੋ ਜਾਂਦਾ ਹੈ। ਇਸ ਲਈ ਮਹਾਰਾਜ ਨੇ ਆਖਿਆ, ਸੂਧੇ ਸੂਧੇ ਰੇਗ ਚਲੋ ਤੁਮ। ਗੁਰੂ ਘਰ ਦਾ ਨਿਯਮ ਵੀ ਐਸਾ ਹੈ ਕਿ ਘਰ ਦੇ ਵਿੱਚ ਕਮ ਸੇ ਕਮ ਗੁਰੂ ਮਹਾਰਾਜ ਦੇ ਸਨਮੁਖ ਸੋ ਸੂਧੇ ਸੂਧੇ ਰੇਗ ਚਲੋ ਤੁਮ, ਸਿੱਧੇ ਸਿੱਧੇ ਹੀ ਚਾਲ ਤੁਸੀਂ ਚੱਲੋ। ਨਤਰ ਕੋ ਧੱਕਾ ਦਵਾਈ ਹੈ ਰੇ, ਨਹੀਂ ਤੇ ਇਹੋ ਜਿਹਾ ਧੱਕਾ ਵੱਜੇਗਾ ਬਾਅਦ ਵਿੱਚ ਸੰਭਲਿਆ ਨਹੀਂ ਜਾਏਗਾ। ਫਿਰ ਬੰਦਾ ਰੋਏਗਾ ਕਲਪੇਗਾ। ਜਦ ਮਹਾਰਾਜ ਨਾਲੋਂ ਮਛੋੜਾ ਹੁੰਦਾ ਹੈ ਅਤੇ ਫਿਰ ਉਹ ਦਿਨ ਯਾਦ ਕਰਕੇ ਇਨਸਾਨ ਮਹਿਸੂਸ ਕਰਦਾ ਹੈ ਕਿ ਮੈਂ ਗਲਤੀ ਕੀਤੀ ਹੈ। ਇਉਂ ਜਿਹੜੀਆਂ ਆਤਮਾਵਾਂ ਨੇ ਉਹ ਕਿਰਤ ਕਰਮ ਕੇ ਵਿਛੜੇ ਕੀਤੇ, ਆਪ ਦੇ ਬੁਰੇ ਕਰਮਾਂ ਕਰਕੇ ਰੱਬ ਨਾਲੋਂ ਵਿਛੜੀਆਂ ਹੋਈਆਂ ਨੇ ਅਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਸਾਨੂੰ ਆਉਣ ਦਾ ਮੌਕਾ ਮਿਲਿਆ ਹੈ। ਅਰਦਾਸ ਕਰੀਏ, ਕਰ ਕਿਰਪਾ ਮਿਲੋ ਰਾਮ। ਰਾਮ ਤਾਂ ਮਿਲੇਗਾ ਜੇ ਆਪਾਂ ਸੋ ਜੇ ਗੁਣ ਨਹੀਂ ਹਨ ਤਾਂ ਗੁਰੂ ਜੀ ਦੇ ਚਰਨਾਂ ਵਿੱਚ ਸਾਫ਼ ਮਨ ਦੇ ਨਾਲ ਘੱਟੋ ਘੱਟ ਅਰਦਾਸ ਕਰੀਏ। ਮਨ ਦੇ ਵਿੱਚ ਇੱਛਾ ਹੋਵੇ ਕਿ ਸੱਚੇ ਪਾਤਸ਼ਾਹ ਸਾਡੇ ਔਗਣ ਖਤਮ ਕਰਕੇ ਸਾਨੂੰ ਗੁਣ ਬਖਸ਼ਿਸ਼ ਕਰਨ, ਤਾਂ ਹੀ ਗੁਰੂ ਘਰ ਦੇ ਵਿੱਚ ਜੋ ਆਉਣ ਦਾ ਲਾਭ ਸੁੱਖ ਸ਼ਾਂਤੀ ਪੂਰਾ ਪੂਰਾ ਨਾਮਦਾਨ ਮਹਾਰਾਜ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਇਸ ਲਈ ਮਹਾਰਾਜ ਕਹਿੰਦੇ ਵੀ ਇਹ ਮੇਰੀ ਇਹ ਭੈਣੇ, ਇਹ ਬੀਬੀਏ। ਮਾਈਆਂ ਬੀਬੀਆਂ ਦੇ ਵਿੱਚ ਮਾਣ ਬੜਾ ਹੁੰਦਾ ਹੈ। ਇਸ ਲਈ ਮਹਾਰਾਜ ਕਹਿੰਦੇ, ਮਨ ਤੋਂ ਮਤ ਮਾਣ ਕਰੇ ਜੇ ਹੋਂ ਕਿਛ ਜਾਣਦਾ। ਤੇਰੇ ਵਰਗੇ 50 ਰੱਬ ਨੇ ਬਣਾਏ ਨੇ, ਇਕੱਲਾ ਤੂੰ ਹੀ ਥੋੜ੍ਹਾ ਜਾਣਦਾ ਹੈ। ਬਥੇਰੇ ਲੋਕ ਜਾਣਕਾਰ ਨੇ। ਇਸ ਲਈ ਆਪ ਦੀ ਵਿਦਿਆ ਦਾ, ਆਪ ਦੀ ਸੁੰਦਰਤਾ ਦਾ ਕਿ ਮੈਂ ਸੋਹਣਾ ਬੜਾ ਹਾਂ, ਆਪ ਦੀ ਅਮੀਰਪੁਣੇ ਦਾ ਕਿ ਮੇਰੇ ਕੋਲ ਪੈਸਾ ਬੜਾ ਹੈ, ਜਾਂ ਬੀਬੀਆਂ ਦਾ ਸੁਭਾਅ ਹੁੰਦਾ ਵੀ ਮੇਰਾ ਪਿਓ, ਮੇਰੇ ਭਰਾ ਅਤੇ ਮੈਂ ਨਾ ਇੰਨਾ ਕੁਛ ਆਪਣੇ ਪੇਕਿਆਂ ਤੋਂ ਲੈ ਕੇ ਆਈ। ਤੋ ਇੰਜ ਦੀਆਂ ਗੱਲਾਂ ਜੋ ਹਨ ਉਹ ਭਾਟਕ ਪਾਉਣ ਵਾਲੀਆਂ ਹੁੰਦੀਆਂ ਨੇ।
ਇਸ ਲਈ ਮਨ ਤੂੰ ਮਤ ਮਾਣ ਕਰੇ ਜਿਉਂ ਕਿਛ ਜਾਣਦਾ। ਵਿਦਿਆ ਦਾ, ਗੁਣਾਂ ਦਾ, ਰੂਪ ਦਾ ਅਤੇ ਪੈਸੇ ਦਾ ਹੰਕਾਰ ਤਿਆਗ ਕੇ, ਇਹ ਮਨ ਦਾ ਮਾਣ ਛੱਡ ਕੇ ਜੇ ਮਹਾਰਾਜ ਦੇ ਚਰਨੀ ਲੱਗਾਂਗੇ ਤਾਂ ਹੀ ਕੁਛ ਪ੍ਰਾਪਤ ਹੋ ਸਕੇਗਾ। ਇੱਕ ਸੀ ਬੀਬੀ ਫਾਤਮਾ, ਮੁਹੰਮਦ ਦੀ ਬੇਟੀ। ਮੁਹੰਮਦ ਨੇ ਆਪ ਦੇ 4 ਯਾਰਾਂ ਦੇ ਵਿੱਚੋਂ ਇੱਕ ਦੇ ਨਾਲ ਉਹਦਾ ਵਿਆਹ ਕਰ ਦਿੱਤਾ। ਉਹ ਵਿਚਾਰਾ ਇੱਕ ਦਿਨ ਰੋਈ ਪਿਆ, ਕਹਿੰਦਾ ਪੈਗੰਬਰ ਸਾਹਿਬ ਜੀ ਆਹ ਰੱਸਾ ਫੜੋ ਅਤੇ ਮੈਨੂੰ ਫਾਂਸੀ 'ਤੇ ਲਾ ਦਿਓ। ਰੋਜ਼ ਰੋਜ਼ ਮਰਨ ਦੀ ਬਜਾਏ ਇੱਕੋ ਦਿਨ ਹੀ ਫਾਂਸੀ 'ਤੇ ਟੰਗ ਦਿਓ ਤਾਂ ਕਿੰਨਾ ਚੰਗਾ ਹੋਏ। ਕਹਿੰਦੇ ਕੀ ਹੋਇਆ? ਕਹਿੰਦੇ ਚੰਗਾ ਤੁਸੀਂ ਮੇਰਾ ਵਿਆਹ ਕੀਤਾ, ਮੈਨੂੰ ਤਾਂ ਫਾਹੇ ਲਾਤਾ, ਨਾ ਸਾਹ ਆਉਂਦਾ ਹੈ ਨਾ ਬੰਦਾ ਬੋਲ ਸਕਦਾ। ਕਹਿੰਦੇ ਗੱਲ ਕੀ, ਦੱਸ ਤਾਂ ਸਹੀ। ਕਹਿੰਦੇ ਬੇਟੀ ਤੁਹਾਡੀ ਮੇਰੇ ਆਖੇ ਨਹੀਂ ਲੱਗਦੀ। ਉਹ ਕਹਿੰਦੀ ਮੇਰਾ ਪਿਓ ਤਾਂ ਪੈਗੰਬਰ ਹੈ, ਤੂੰ ਕੌਣ ਹੈ ਬਈ? ਅਤੇ ਮਹਾਰਾਜ ਬੜਾ ਔਖਾ ਟਾਈਮ ਕੱਟਣਾ। ਉਹ ਮੁਹੰਮਦ ਸਾਹਿਬ ਨੇ ਬੀਬੀ ਫਾਤਮਾ ਨੂੰ ਸਮਝਾਇਆ ਵੀ ਬੀਬੀ ਭੈਣਾ, ਇਹ ਸੁਪੁੱਤਰੀ, ਪੇਕਿਆਂ ਦਾ ਘਰ ਉਹਨਾਂ ਕੁ ਚਿਰ ਹੁੰਦਾ ਜਿੰਨਾ ਚਿਰ ਬੀਬੀ ਕੁਆਰੀ ਹੁੰਦੀ ਹੈ। ਪੇਕੇ ਜਿੰਨੇ ਮਰਜ਼ੀ ਅਮੀਰ ਅਤੇ ਵੱਡੇ ਹੋਣ, ਜਦ ਸਹੁਰੇ ਘਰ ਵਿਆਹੀ ਜਾਏ ਉਹਦੇ ਲਈ ਉਹਦਾ ਪਤੀ ਹੋਈ ਖੁਦਾ ਦਾ ਰੂਪ ਹੁੰਦਾ ਹੈ। ਤੂੰ ਆਪਦੇ ਪਤੀ ਦੇ ਆਖੇ ਲੱਗਿਆ ਕਰ ਅਤੇ ਇਹਦੀ ਸੇਵਾ ਕਰਿਆ ਕਰ, ਅਤੇ ਤਾਂ ਤੈਨੂੰ ਕੁਛ ਖੁਦਾ ਦੇ ਘਰ ਵੱਲੋਂ ਫਲ ਪ੍ਰਾਪਤ ਹੋਏਗਾ। ਤਾਂ ਸਾਧ ਸੰਗਤ ਜੀਓ, ਮੁਹੰਮਦ ਸਾਹਿਬ ਦੇ ਉਪਦੇਸ਼ ਨੇ ਉਹਦੇ 'ਤੇ ਅਸਰ ਕੀਤਾ। ਬੀਬੀ ਫਾਤਮਾ ਫਿਰ ਨਿਮਰਤਾ ਦੇ ਵਿੱਚ ਆ ਕੇ ਪਤੀ ਦੀ ਸੇਵਾ ਕਰਨ ਲੱਗੇ। ਤਾਂ ਬਹੁਤ ਹੀ ਸੁੰਦਰ ਸਾਹਿਬਜ਼ਾਦੇ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਛੋਟੇ ਸਾਹਿਬਜ਼ਾਦੇ ਬੜੀ ਕਰਨੀ ਵਾਲੇ ਮਹਾਂਪੁਰਖ ਹੋਏ, ਜਿਨ੍ਹਾਂ ਨੇ ਛੋਟੀ ਉਮਰੇ ਕੁਰਬਾਨੀ ਕਰਕੇ ਸਭ ਦੁਨੀਆ ਦੇ ਵਿੱਚ ਵੇਖੋ ਸਿੱਖ ਕੌਮ ਦੀ ਰੱਖ ਵਿਖਾਈ। ਅੱਜ ਤੱਕ ਸਾਰੀ ਸੰਗਤ ਉਹਨਾਂ ਨੂੰ ਯਾਦ ਕਰਦੀ ਹੈ, ਜੋੜ ਮੇਲਾ ਕਰਦੀ ਹੈ। ਉਹਨਾਂ ਸਾਹਿਬਜ਼ਾਦਿਆਂ ਦਾ ਅਰਦਾਸ ਵਿੱਚ ਨਾਮ ਲਿਆ ਜਾਂਦਾ। ਇੰਝ ਬਹੁਤ ਹੀ ਸੁੰਦਰ ਬੱਚੇ ਹਸਨ ਅਤੇ ਹੁਸੈਨ ਬੀਬੀ ਫਾਤਮਾ ਦੇ ਘਰ ਪ੍ਰਗਟ ਹੋਏ, ਜਿਨ੍ਹਾਂ ਨੇ ਛੋਟੀ ਉਮਰੇ ਕਰਬਲਾ ਦੇ ਮੈਦਾਨ ਦੇ ਵਿੱਚ ਆਪਣਾ ਲਹੂ ਡੋਲਿਆ, ਜੰਗ ਦੇ ਵਿੱਚ ਕੁਰਬਾਨੀ ਕੀਤੀ। ਤੋ ਇੰਝ ਸਤਿਗੁਰੂ ਨਾਨਕ ਦੇਵ ਮਹਾਰਾਜ ਸਮਝਾ ਰਹੇ ਨੇ ਵੀ ਇਹ ਮੇਰੀ ਇਹ ਭੈਣ, ਇਹ ਬੀਬੀ ਹੈ, ਤੈਨੂੰ ਚਾਹੀਦਾ ਹੈ ਵੀ ਘਰ ਦੇ ਵਿੱਚ ਜਿਸ ਪਤੀ ਦੇ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਵੱਲੋਂ ਜਿਵੇਂ ਸੰਜੋਗ ਲਿਖਿਆ ਸੀਗਾ, ਸੰਜੋਗ ਵਜੋਂ ਧਰੋਂ ਹੀ ਹੋਇਆ। ਮਾਂ ਪਿਓ ਦਾ ਬਹਾਨਾ ਬਣਿਆ ਅਤੇ ਕਿਸੇ ਵਿਧੀ ਦੇ ਨਾਲ ਮਾਂ ਪਿਓ ਨੇ ਪਤੀ ਦੇ ਲੜ ਲਾਇਆ ਅਤੇ ਉਹਨੂੰ ਹੀ ਆਪ ਦਾ ਸੋ ਜੀਵਨ ਸਾਥੀ ਮੰਨ ਕਰਕੇ ਅਤੇ ਉਹਦੇ ਨਾਲ ਸਹਿਮਤੀ ਰੱਖੇ, ਉਹਦੇ ਨਾਲ ਆਪਣੇ ਵਿਚਾਰ ਮਿਲਣ ਦੀ ਕੋਸ਼ਿਸ਼ ਕਰੇ। ਜਿੱਥੇ ਵਿਚਾਰਾਂ ਦਾ ਮਤਭੇਦ ਹੁੰਦਾ ਹੈ ਜਾਂ ਮਨ 'ਚ ਮਾਣ ਹੁੰਦਾ ਹੈ, ਉੱਥੇ ਫਿਰ ਦੁਬਿਧਾ ਪੈਂਦੀ ਹੈ, ਝਗੜਾ ਖੜਾ ਹੁੰਦਾ ਹੈ। ਇਹ ਮਹਾਰਾਜ ਸਮਝਾ ਰਹੇ ਨੇ। ਜਿਵੇਂ ਧੰਨ ਬਾਬਾ ਫਰੀਦ ਸਾਹਿਬ ਜੀ ਨੇ ਖਾਸ ਕਰਕੇ ਬੀਬੀਆਂ ਭੈਣਾਂ ਨੂੰ ਸਿੱਖਿਆ ਬਖਸ਼ਿਸ਼ ਕੀਤੀ ਹੈ। ਮਾਂ ਪਿਓ ਦੀ ਦਿੱਤੀ ਹੋਈ ਸਿੱਖਿਆ ਸਹੁਰੇ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਸਹਾਇਕ ਹੁੰਦੀ ਹੈ। ਬਾਬੇ ਫਰੀਦ ਨੇ ਆਖਿਆ ਹੈ, ਕਹਿੰਦੇ ਨੇ ਜਦ ਬੀਬੀ ਨੇ ਬੇਨਤੀ ਕੀਤੀ ਕਿ ਕਮਣ ਸੋ ਅੱਖਰ, ਇਹ ਬਾਬਾ ਜੀ ਅੱਖਰ ਜੰਤਰ ਦੇ ਕਿਹੜੇ ਨੇ? ਕਮਣ ਸੋ ਅੱਖਰ ਕਮਣ ਗੁਣ, ਕਿਹੜਾ ਗੁਣ ਧਾਰਨ ਕਰੀਏ? ਕਮਣ ਸੋ ਮਣੀਆਂ ਮੰਤ, ਕਿਹੜਾ ਮੰਤਰ ਹੈ? ਅਤੇ ਕਮਣ ਸੋ ਅੱਖਰ ਕਮਣ ਗੁਣ, ਕਮਣ ਸੋ ਮਣੀਆਂ ਮੰਤ, ਕਮਣ ਸੋ ਵੇਸੋਂ ਹਉ ਕਰੀ ਜਿਤ ਵਸ ਆਵੈ ਕੰਤ। ਮੈਂ ਕਿਹੜਾ ਲਿਬਾਸ ਧਾਰਾਂ ਜਿਹਦੇ ਕਰਕੇ ਜਿਹੜਾ ਮੇਰਾ ਪਤੀ ਹੈ ਉਹ ਮੇਰੇ ਵੱਸ ਵਿੱਚ ਮੇਰੇ ਅਧੀਨ ਆ ਜਾਏ। ਤਾਂ ਬਾਬਾ ਜੀ ਨੇ ਆਖਿਆ ਵੀ ਕਿਤੇ ਮਾਫ ਕਰਨਾ। ਪਹਿਲਾਂ ਨਾਈ ਹੁੰਦੇ ਸੀਗੇ,
ਇੱਕ ਅੱਧੀ ਬੀਬੀ ਕੋਈ ਮਹਿੰਦੀ ਲਾਉਣ ਵਾਲੀ। ਅੱਜ ਕੱਲ੍ਹ ਦੁਕਾਨਾਂ ਬੜੇ ਬੜੇ ਵੱਡੇ 5-5 10-10 15-15 ਹਜ਼ਾਰ ਦੇ ਪੈਕੇਜ ਨੇ। ਅਤੇ ਕਿਸੇ ਭੈਣ ਨੂੰ ਵਿਆਹ ਵਾਸਤੇ ਤਿਆਰ ਕਰਨਾ ਹੋਵੇ ਤਾਂ ਬੜੇ ਬੜੇ ਰੇਟ ਨੇ। ਸੁਣਦਿਆਂ ਸਾਰ ਹੀ ਵੀ ਇਹਦਾ ਤਾਂ ਆਨੰਦ ਕਾਰਜ ਹੈ, ਅਤੇ ਉਹ ਲਾਲਚ ਵਿੱਚ ਆ ਕੇ ਸਭ ਕੁਝ ਹੀ ਲੁੱਟ ਲੈਂਦੇ ਵੀ ਸਾਨੂੰ ਹੀ ਮਿਲ ਜਾਏ। ਬਾਬਾ ਫਰੀਦ ਜੀ ਕਹਿੰਦੇ ਵੀ ਕਿਤੇ ਜਾਣ ਦੀ ਲੋੜ ਨਹੀਂ। ਇਹ ਨਾ ਸੋਚੋ ਵੀ ਇਸ ਤਰ੍ਹਾਂ ਕਰਨ ਦੇ ਨਾਲ ਅਸੀਂ ਦੂਜਿਆਂ ਨੂੰ ਚੰਗੇ ਲੱਗਾਂਗੇ। ਬੰਦਾ ਗੁਨਾਹ ਕਰਕੇ ਚੰਗਾ ਬਣੇ। ਤੋ ਇਸ ਲਈ ਬਾਬੇ ਫਰੀਦ ਨੇ ਆਖਿਆ ਹੈ, ਨਿਮਨ ਸੋ ਅੱਖਰ, ਨਿਉਂ ਕੇ ਰਹਿਣਾ, ਆਪ ਤੋਂ ਵੱਡਿਆਂ ਦਾ ਸਤਿਕਾਰ ਕਰਨਾ, ਛੋਟਿਆਂ ਨੂੰ ਪ੍ਰੇਮ ਨਾਲ ਪੇਸ਼ ਆਉਣਾ, ਖਾਵਣ ਗੋਰਾ। ਗੁੱਸੇ ਵਿੱਚ ਜੋ ਕੋਈ, ਕ੍ਰੋਧ ਵਿੱਚ ਕੋਈ ਬਚਨ ਕਰ ਦੇਵੇ, ਉਹਦਾ ਗੁੱਸਾ ਨਹੀਂ ਕਰਨਾ, ਉਹਨੂੰ ਸਹਾਰ ਲੈਣਾ ਹੈ। ਨਿਮਣ ਸੋ ਅੱਖਰ ਖਾਵਣ ਗੁਣ, ਜਿਹਬਾ ਬਣੀਆਂ ਮੰਤ। ਜ਼ਬਾਨ ਦੇ ਨਾਲ ਜਿਹੜੇ ਮਿੱਠੇ ਬਚਨ ਬੋਲਣੇ ਨੇ, ਇਹ ਸਭ ਤੋਂ ਵਧੀਆ ਮੰਤਰ ਹੈ। ਇਹ ਤੇਰੇ ਭੈਣੇ ਵੇਸ ਕਰ, ਤਾਂ ਬਸ ਆਵੀ ਕੰਤ। ਇਹ ਮੇਰੀ ਭੈਣੇ, ਇਹ ਜੇ ਤੂੰ 3 ਗੁਣਾ ਰੂਪੀ ਧਾਰਨ ਕਰਨ ਰੂਪ ਲਿਬਾਸ ਧਾਰਨ ਕਰ ਲਏਂਗੀ ਤਾਂ ਜਿਹੜਾ ਤੇਰਾ ਪਤੀ ਪਾਪ ਪਰਮਾਤਮਾ ਹੈ, ਇਹ ਜਗਿਆਸੂ, ਉਹ ਦੁਨਿਆਵੀ ਪਤੀ ਤਾਂ ਕੀ ਵਾਹਿਗੁਰੂ ਪਤੀ ਵੀ ਵਸ ਵਿੱਚ ਆ ਜਾਂਦਾ। ਫਿਰ ਅਕਾਲ ਮੂਰਤ ਵਰ ਪਾਇਆ ਅਬਨਾਸੀ, ਨਾ ਕਦੇ ਮਰੇ ਨਾ ਜਾਇਆ। ਤੋ ਇੰਜ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਨੂਰ ਸ਼ਾਹ ਸੀਗੀ, ਬੀਬੀਆਂ ਦੀ ਰਾਣੀ, ਕਾਮਰੂਪ ਦੇਸ਼ ਦੀ, ਉਹਨੂੰ ਵੀ ਮਹਾਰਾਜ ਨੇ ਉਪਦੇਸ਼ ਦਿੱਤਾ ਸੀਗਾ ਕਿ ਜਿਹੜੇ ਗੁਣ ਹਨ ਇਹ ਇਨਸਾਨ ਦੇ ਵਿੱਚ ਹੋਣ ਤਾਂ ਹੀ ਉਹ ਰੱਬ ਦੇ ਘਰ ਪ੍ਰਮਾਣ ਹੋ ਸਕਦਾ ਹੈ। ਪਾਤਸ਼ਾਹ ਜੀ ਇਸ ਪ੍ਰਕਰਨ ਦੇ ਵਿੱਚ ਉਚਾਰ ਰਹੇ ਨੇ। ਸਤਿਗੁਰੂ ਨਾਨਕ ਦੇਵ ਸਾਹਿਬ ਤਲੰਗ ਰਾਗ ਦੇ ਵਿੱਚ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਇਹ ਨਿਆਣੀਏ ਤੈਨੂੰ ਸਮਝ ਨਹੀਂ ਹੈ, ਤੂੰ ਕਾਹਦਾ ਮਨ ਹੰਕਾਰ ਪਈ ਕਰਦੀ ਹੈ। ਆਪਣੇ ਸਾਧਨਾ ਦਾ ਕਰਦੀ ਹੈ। ਬੜੇ ਬੜੇ ਸਾਧਕ ਪੁਰਸ਼ ਹੋ ਕੇ ਚੜ੍ਹਾਈ ਕਰ ਗਏ। ਤੇਰੇ ਆਪ ਦੇ ਹਿਰਦੇ ਰੂਪ ਘਰ 'ਚ ਹਰੀ ਪਰਮੇਸ਼ਰ ਵਸ ਰਿਹਾ ਹੈ। ਫਿਰ ਉਸ ਦੇ ਆਨੰਦ ਨੂੰ ਤੂੰ ਕਿਉਂ ਨਹੀਂ ਮਾਣਦੀ ਪਈ ਹੈ। ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਤੂੰ ਘਰ ਛੱਡ ਕੇ ਬਾਹਰ ਭੱਜੀ ਫਿਰਦੀ ਹੈ, ਕੌਣ ਚੰਗੀ ਕਹੂਗਾ। ਇਸ ਲਈ ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ, ਔਰ ਕਿਸੇ ਹੀ ਕੇ ਤੂੰ ਮਤ ਹੀ ਜਾਹੇ। ਹੋਰ ਕਿਸੇ ਕੋਲ ਜਾ ਕੇ ਨਾ ਕੋਈ ਮੰਗ ਕਰ। ਆਪਦੇ ਘਰ ਦੇ ਵਿੱਚ ਸਭ ਕੁਛ ਹੈ। ਸਾਚੇ ਸਾਹਿਬਾ ਕਿਆ ਨਹੀਂ ਘਰ ਤੀਰੈ, ਘਰ ਤਾਂ ਤੀਰੈ ਸਭ ਕੁਛ ਹੈ। ਜਿਸ ਦੇ ਸੋ ਪਾਵੇ, ਤੂੰ ਮਰ ਦੇ ਨਾਮ ਜਪਣ ਦਾ ਆਨੰਦ ਕਿਉਂ ਨਹੀਂ ਲੈਂਦੀ ਹੈ। ਜਿਨ੍ਹਾਂ ਪਦਾਰਥਾਂ ਪਿੱਛੇ ਤੂੰ ਭੱਜੀ ਫਿਰਦੀ ਹੈ, ਉਹ ਰੱਬ ਦੇ ਨਾਲ ਆਪਣੇ ਆਪ ਹੀ ਆ ਜਾਣਗੇ। ਜਿਵੇਂ ਕੋਈ ਰਾਜਾ ਮੁਹਿੰਮ 'ਤੇ ਗਿਆ, ਇੱਕ ਉਦਾਹਰਨ ਹੈ, ਗੱਲ ਸੱਚੀ ਨਹੀਂ ਹੈ, ਸਮਝਾਉਣ ਵਾਸਤੇ। ਅਤੇ ਮੁਹਿੰਮ ਫਤਿਹ ਕਰਕੇ ਉਹਨੇ ਚਿੱਠੀ ਪਾਈ ਵੀ ਕੀ ਕੁਛ ਚਾਹੀਦਾ। ਸਾਰੀਆਂ ਨੇ ਵੱਖੋ ਵੱਖਰੀਆਂ ਡਿਮਾਂਡਾਂ ਲਿਖ ਕੇ ਚਿੱਠੀ ਵਿੱਚ ਭੇਜੀਆਂ। ਉਹ ਸਾਰਿਆਂ ਦੀਆਂ ਡਿਮਾਂਡਾਂ ਉਹਨੇ ਲੈ ਲਈਆਂ। ਛੋਟੀ ਰਾਣੀ ਨੇ ਆਪਦੇ ਖੂਨ ਨਾਲ ਸਾ ਹਿੰਦੀ ਦਾ ਅੱਖਰ ਲਿਖ ਕੇ ਭੇਜਿਆ। ਉਹਨੂੰ ਸਮਝ ਨਾ ਆਈ। ਵਜ਼ੀਰ ਕਹਿਣ ਲੱਗੇ, ਇਹ ਰਾਜਨ, ਇਹ ਖੂਨ ਲਾਲ ਰੰਗ ਦਾ ਹੈ ਅਤੇ ਸਾਹ ਹੈ, ਇਹਦਾ ਮਤਲਬ ਹੈ ਲਾਲ ਸਾਹ। ਭਾਵ ਉਹਨੂੰ ਆਪਦੇ ਦਰਸ਼ਨਾਂ ਦੀ ਇੱਛਾ। ਉਹਦਾ ਮਨ ਬੜਾ ਪ੍ਰਸੰਨ ਹੋਇਆ ਕਿ ਮੈਨੂੰ ਤਾਂ ਜਾਣ ਦੇ ਲਾਲੇ ਪਏ ਹੋਏ ਸੀ। ਰਾਣੀਆਂ ਨੂੰ ਵੇਖੋ 9 ਲੱਖਾਂ ਹਾਰ ਸੁੱਝ ਰਿਹਾ, ਕਿਸੇ ਨੂੰ ਕਾਂਡੇ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ। ਇਹ ਰਾਣੀ ਦਿਲੋਂ ਪ੍ਰੇਮ ਵਾਲੀ ਹੈ, ਜੋ ਕਿ ਮੇਰੀ ਜਾਨ ਦੀ ਸਲਾਮਤ ਚਾਹੁੰਦੀ, ਮੇਰੇ ਦਰਸ਼ਨਾਂ ਦੀ ਚਾਹਵਾਨ ਹੋਈ ਹੈ। ਬਾਕੀਆਂ ਨੇ ਜੋ ਮੰਗਿਆ ਉਹਨਾਂ ਨੂੰ ਤਾਂ ਉਹੀ ਕੁਛ ਲਿਆ ਕੇ ਦਿੱਤਾ, ਅਤੇ ਜਿਹਨੇ ਕੁਛ ਨਹੀਂ ਮੰਗਿਆ ਉਹਦੇ ਘਰ ਆਪ ਵੀ ਰਹਿ ਪਿਆ ਅਤੇ ਹੋਰ ਵੀ ਆਪਦੀ ਮਰਜ਼ੀ ਨਾਲ ਬਹੁਤੀਆਂ ਵਸਤਾਂ ਦਿੱਤੀਆਂ। ਇਉਂ ਜਿਹੜੇ ਰੱਬ ਦੇ ਪਿਆਰੇ ਮਹਾਂਪੁਰਖ
ਪਰਮਾਤਮਾ ਦੇ ਦਰਸ਼ਨਾਂ ਦੇ ਚਾਹਵਾਨ ਹੋਏ ਹਨ, ਉਹਨਾਂ ਨੂੰ ਮਹਾਰਾਜ ਨੇ ਆਪ ਦੀ ਪ੍ਰਾਪਤੀ ਕਰਾਈ ਹੈ। ਕਿ ਉਹ ਨਾਮ ਜਪਣ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਵੀ, ਆਨੰਦ ਵੀ ਅਤੇ ਪਦਾਰਥ ਵੀ। ਜਿੱਥੇ ਰੱਬ ਆ ਗਿਆ, ਰੱਬ ਦਾ ਨਾਮ ਆ ਗਿਆ, ਉੱਥੇ ਰਿੱਧੀਆਂ ਸਿੱਧੀਆਂ, ਰਿੱਧ ਸਿੱਧ ਨਾਮ ਹੈ ਕੀ ਦਾਸੀ, ਸਭ ਕੁਛ ਆਪਣੇ ਆਪ ਹੀ ਆ ਗਿਆ। ਇਸ ਲਈ ਆਪ ਦੇ ਘਰ ਵਿੱਚ ਤੂੰ ਮਾਇਆ ਅਤੇ ਪਦਾਰਥਾਂ ਦੀ ਚਾਹਵਾਨ ਹੋ ਕੇ ਮਨ ਨੂੰ ਕਿਉਂ ਭਟਕਾ ਰਹੀ ਹੈ? ਹਰੀ ਦੇ ਨਾਮ ਦਾ ਆਨੰਦ ਕਿਉਂ ਨਹੀਂ ਮਾਣਦੇ? ਆਹੋ ਨੇੜੇ ਤਨ ਕਮਲੀਏ। ਜਦ ਵੀ ਇਨਸਾਨ ਗਲਤੀ ਕਰਦਾ ਹੈ ਅਤੇ ਉਹ ਰੱਬ ਨੂੰ ਭੁੱਲ ਜਾਂਦਾ ਹੈ, ਸੋਚਦਾ ਮੈਨੂੰ ਕੋਈ ਨਹੀਂ ਵੇਖ ਰਿਹਾ, ਉਦੋਂ ਹੀ ਇਨਸਾਨ ਗਲਤੀ ਕਰਦਾ ਹੈ। ਜਦ ਉਹਨੂੰ ਪਤਾ ਹੋਵੇ ਵੀ ਮੇਰਾ ਪਤੀ ਸਿਰ 'ਤੇ ਹੈ, ਉਹਨੂੰ ਸਭ ਕੁਛ ਪਤਾ ਹੈ, ਜਿਹੜਾ ਪਰਮੇਸ਼ਰ ਹੈ ਉਹ ਤਾਂ ਅੰਤਰਜਾਮੀ ਹੈ, ਉਹ ਸਭ ਕੁਝ ਵੇਖ ਰਿਹਾ, ਤਾਂ ਉਹ ਗਲਤੀ ਨਹੀਂ ਕਰੇਗਾ। ਇਸ ਲਈ ਇਹ ਕਮਲੀਏ ਝੱਲੀਏ ਇਸਤਰੀਏ, ਇਹ ਜੀਵ ਰੂਪ ਜਗਿਆਸੂ ਇਸਤਰੀਏ, ਸੌ ਨੇੜੇ ਇਹ ਦੇਹ ਅਧਿਆਸ ਰੂਪ ਸ਼ਰਾਬ ਪੀ ਕੇ ਤੂੰ ਕਮਲੀ ਹੋਈ ਹੈ। ਪਤੀ ਪਰਮੇਸ਼ਰ ਤਾਂ ਤੇਰੇ ਕੋਲ ਹੀ ਹੈ, ਪਰ ਤੂੰ ਉਹਨੂੰ ਆਪ ਤੋਂ ਵੱਖਰਾ ਅਤੇ ਦੂਰ ਜਾਣਿਆ ਹੋਇਆ ਹੈ। ਤੂੰ ਹਿਰਦੇ ਰੂਪੀ ਘਰ ਤੋਂ ਬਾਹਰ ਸੰਸਾਰ 'ਚ ਬਾਹਰਮੁਖੀ ਬਿਰਤੀ ਕਰਕੇ ਕੀ ਲੱਭਦੀ ਫਿਰਦੀ ਹੈ? ਸ਼ਰਧਾ ਰੂਪ ਸੁਰਮੇ ਦਾਨੀ ਦੇ ਵਿੱਚੋਂ ਗਿਆਨ ਰੂਪ ਸੁਰਮਾ ਲੈ ਕੇ ਪਰਮੇਸ਼ਰ ਦੇ ਡਰ ਦੀਆਂ ਸਲਾਈਆਂ, ਇਹ ਆਪ ਦੀ ਅੱਖਾਂ ਦੇ ਵਿੱਚ ਸੁਰਮਾ ਪਾਉਣਾ ਕਰ। ਗੁਰਸਿੱਖੀ ਦੇ ਵਿੱਚ ਦਿਨੇ ਸੁਰਮਾ ਪਾਉਣਾ ਮਨ੍ਹਾ ਹੈ। ਅੱਖਾਂ ਦੀ ਹਿਫਾਜ਼ਤ ਲਈ ਜੇ ਕੋਈ ਜਿੱਦ ਕਰੇ ਮੇਰੇ ਵਰਗਾ ਵੀ ਮੈਂ ਤਾਂ ਅੱਖਾਂ ਦੀ ਹਿਫਾਜ਼ਤ ਲਈ ਡਾਕਟਰ ਦੇ ਕਹਿਣ ਤੋਂ ਪਾਉਣਾ ਹਾਂ, ਅਤੇ ਮੈਨੂੰ ਤਾਂ ਡਾਕਟਰ ਨੇ ਆਖਿਆ ਉਹ ਜੋ ਵੀ ਡਰੋਪਸ ਜਾਂ ਸੁਰਮਾ ਆਦਿਕ ਪਾਉਣਾ ਰਾਤ ਨੂੰ ਸੌਣ ਲੱਗੀਆਂ ਪਾਓ, ਨਾਲੇ ਤਾਂ ਅੱਖਾਂ ਬੰਦ ਵਿੱਚ ਅਸਰ ਜ਼ਿਆਦਾ ਹੁੰਦਾ। ਸਵੇਰੇ ਮੂੰਹ ਧੋ ਕੇ ਗੁਰਦੁਆਰੇ ਆਈਏ। ਸੁਰਮਾ ਪਾਉਣਾ ਮਨ੍ਹਾ ਹੈ। ਮਹਾਰਾਜ ਦਾ ਡਰ ਹੋਣਾ ਚਾਹੀਦਾ ਅੱਖਾਂ ਦੇ ਵਿੱਚ, ਸ਼ਰਮ ਦਾ ਸੁਰਮਾ ਹੋਣਾ ਚਾਹੀਦਾ। ਜੇ ਸੰਗ ਨਹੀਂ, ਸ਼ਰਮ ਨਹੀਂ ਹੈ, ਡਰ ਹਿਆ ਨਹੀਂ ਹੈ, ਤਾਂ ਸੁਰਮਾ ਪਿਆ ਕੀ ਆਖੂਗਾ? ਤੋ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਸ਼ਰਧਾ ਦੀ ਸੁਰਮੇ ਦਾਨੀ 'ਚੋਂ ਗਿਆਨ ਦਾ ਸੁਰਮਾ ਲੈ ਕੇ ਰੱਬ ਦੇ ਡਰ ਦੀਆਂ ਸਲਾਈਆਂ ਨਾਲ ਆਪ ਦੇ ਮਨ ਬੁੱਧ ਰੂਪ ਨੇਤਰਾਂ ਦੇ ਵਿੱਚ ਪਾਉਣਾ ਕਰੋ। ਤੇ ਪ੍ਰੇਮ ਦਾ ਸ਼ਿੰਗਾਰ ਧਾਰਨ ਕਰਨਾ ਕਰੋ। ਮੈਨੂੰ ਯਾਦ ਹੈ ਵੀ ਇੱਕ ਵਾਰ, ਹੁਣ ਨਿਆਣਿਆਂ ਨੂੰ ਕੀ ਪਤਾ ਹੁੰਦਾ, ਉਹ ਤਰਨ ਤਾਰਨ ਸਾਹਿਬ ਦਰਸ਼ਨ ਕਰਨ ਗਏ ਅਤੇ ਪਰਿਕਰਮਾ ਦੇ ਵਿੱਚ ਇੱਕ ਉਹ ਸੁਰਮੇ ਵਾਲੇ ਬੈਠੇ ਨੇ। ਗੇਟ ਜਿਹਾ ਬਾਹਰ ਨੂੰ ਨਿਕਲਦਾ, ਸ਼ਾਇਦ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਸਾਹਿਬ ਹੈ। ਉੱਥੇ ਬੜੇ ਪੁਰਾਣੇ ਬਜ਼ੁਰਗ ਸੁਰਮਾ ਵੇਚਦੇ ਨੇ, ਸਿਲਾਈ ਪਾ ਕੇ ਦੱਸਦੇ। ਅੱਖਾਂ 'ਚ ਇੰਨੀ ਠੰਡ ਪੈਂਦੀ, ਬਦੋ ਬਦੀ ਬੰਦਾ ਲੈ ਲੈਂਦਾ। ਅਤੇ ਉਹ ਮੈਂ ਪਾ ਕੇ ਘੁੰਮਾਂ ਪਿਆ। ਜਥੇਦਾਰ ਕਹਿੰਦਾ ਉਰੇ ਆਓ। ਮੈਂ ਕਿਹਾ ਜੀ ਦੱਸੋ। ਕਹਿੰਦੇ ਤੈਨੂੰ ਕਿਸੇ ਸਮਝਾਇਆ ਨਹੀਂ, ਤੂੰ ਜਥੇ 'ਚ ਰਹਿ ਨਹੀਂ ਆ ਅਤੇ ਅੱਖਾਂ 'ਚ ਕੀ ਪਾਇਆ ਹੋਇਆ? ਮੈਂ ਕਿਹਾ ਜੀ ਉਹ ਤਰਨ ਤਾਰਨ ਤੋਂ ਸੁਰਮਾ ਲਿਆਂਦਾ। ਕਹਿੰਦੇ ਨਹੀਂ, ਰਾਤ ਨੂੰ ਪਾਓ, ਸੰਗਤ ਦੀ ਮਰਜ਼ਾਦਾ ਹੈ। ਅਤੇ ਇਸ ਵਾਸਤੇ ਪਾਤਸ਼ਾਹ ਜੀ ਕਥਨ ਕਰਦੇ ਨੇ ਵੀ ਗਿਆਨ ਦਾ ਸੁਰਮਾ ਗਿਆਨ ਅੰਜਨ ਗੁਰ ਦੀਆ। ਗਿਆਨ ਕਿੱਥੋਂ ਲੱਭਾਂਗੇ? ਗੁਰਬਾਣੀ ਦਾ ਗਿਆਨ ਹੈ। ਯਾਨੀ ਕਿ ਜੋ ਸ੍ਰੀ ਗੁਟਕੇ ਸਾਹਿਬ ਤੋਂ ਦਰਸ਼ਨ ਕਰਕੇ ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹਨੀ ਹੈ, ਨਿਤਨੇਮ ਦੇ ਦਰਸ਼ਨ ਕਰਨੇ, ਵੇਖ ਕੇ ਗੁਰਬਾਣੀ ਦਾ ਨਿਤਨੇਮ ਕਰਨਾ, ਸ੍ਰੀ ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਪੜ੍ਹਨਾ, ਇਹੀ ਗਿਆਨ ਦਾ ਸੁਰਮਾ ਅੱਖਾਂ ਦੇ ਵਿੱਚ। ਮਹਾਰਾਜ ਦੇ ਦਰਸ਼ਨ ਵਸਾਓ। ਫਿਰ ਜਦ ਪਤੀ ਪਰਮੇਸ਼ਰ ਤੇਰੇ ਨਾਲ ਪਿਆਰ ਧਾਰਨ ਕਰੇਗਾ, ਜਾਂ ਜੇਕਰ ਤੂੰ ਸਹੁ ਨਾਲ ਪਿਆਰ ਧਾਰਨ ਕਰੇਗੀ, ਹੇ ਮੇਰੀਏ ਭੈਣੇ, ਤਦ ਹੀ ਤੂੰ ਪਤੀ ਪਰਮੇਸ਼ਰ ਨਾਲ ਲੱਗੀ ਹੋਈ ਸੁਹਾਗਵੰਤੀ ਜਾਣੀ ਜਾਵੇਂਗੀ।
ਪਰ ਭਰਾਵਾਂ ਦੇ ਵਿੱਚ ਤੇ ਮਾਂ ਪਿਓ ਦੇ ਕੋਲ ਰਹਿੰਦੇ ਆ ਬੰਦੇ ਨੂੰ ਅਕਲ ਨਹੀਂ ਆਉਂਦੀ। ਕੋਈ ਹੈ ਜਿਹੜਾ ਅਕਲ ਸਿੱਖ ਲੈ, ਕਿਉਂਕਿ ਕਿਸੇ ਨੇ ਰੋਕਣਾ ਤਾਂ ਹੁੰਦਾ ਨਹੀਂ, ਨਾ ਟੋਕ ਟਕਈਆ ਕਰਨਾ ਹੁੰਦਾ। ਚਲੋ ਬੱਚਾ ਹੈ, ਮਾਂ ਪਿਓ ਲਈ ਤਾਂ ਹਮੇਸ਼ਾ ਬੱਚਾ ਹੀ ਰਹਿੰਦਾ ਹੈ, ਪਰ ਨਹੀਂ। ਇਹ ਬਾਲੀ ਅਗਿਆਤ ਜੋਬਨ ਅਵਸਥਾ ਦੇ ਵਿੱਚ ਵਿਚਰ ਰਹੀ। ਹੇ ਭੋਲੀਏ ਭਾਲੀਏ ਬੇਅਕਲੀਏ ਜੀਵ ਰੂਪ ਇਸਤਰੀਏ, ਤੂੰ ਰੱਬ ਨੂੰ ਕਦੀ ਨਹੀਂ ਭਾਵੇਂਗੇ ਜੇ ਤੂੰ ਕੋਈ ਅਕਲ ਨਹੀਂ ਸਿੱਖੀ ਹੈ। ਸ਼ਾਸਤਰ ਗਿਆਨ ਤੋਂ ਅਗਿਆਤ ਤੇ ਅਗਿਆਨ ਦੇ ਸਹਿਤ ਬਾਲਕੀਏ ਕੀ ਕਰ ਸਕਦੀ ਹੈ ਤੂੰ? ਭਾਵ ਕੁਝ ਨਹੀਂ ਕਰ ਸਕਦੇ ਤੇ ਪਤੀ ਪਰਮੇਸ਼ਰ ਨੂੰ ਭਾ ਨਹੀਂ ਸਕੇਂਗੀ। ਇਉਂ ਬੇਨਤੀ ਕਰ ਸਭ ਅਵਗਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਏ। ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮੀਠੇ ਬਹਿਣ। ਸਹਿਜ ਸੀਗਾਰ ਕਾਮਣ ਕਰ ਆਵੇ, ਤਾਂ ਕਾਮਣ ਸੀਜੈ ਮਨ ਭਾਵੇ। ਜੇਕਰ ਅਨੇਕਾਂ ਹੀ ਹੋਰ ਕੀਰਨੇ ਵਿਲਾਪ ਤੇ ਯਤਨ ਕਰਦੀ ਰਹੇ, ਉਹ ਜਿਹੜੀ ਜੀਵ ਰੂਪ ਇਸਤਰੀ ਹੈ ਸਰੂਪ ਰੂਪੀ ਮਹਲ ਨੂੰ ਕਦੀ ਵੀ ਪਾ ਨਹੀਂ ਸਕਦੀ। ਨਿਸ਼ਕਾਮ ਕਰਮ ਜਾਂ ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਕੁਝ ਵੀ ਨਹੀਂ ਪਾਈਦਾ ਹੈ। ਜੇ ਹੋਰ ਨਾ ਕੰਮਾਂ ਕਾਰਾਂ ਸਾਧਨਾ 'ਚ ਬਹੁਤਾ ਭਾਵੇਂ ਦੌੜ ਭੱਜ ਕਰਦੇ ਰਹੀਏ, ਜਿਹਨੂੰ ਟਿੱਕੀਆਂ ਗੋਲ ਗੱਪੇ ਤੇ ਪਾਪੜੀ ਖਾਣ ਦਾ ਲਾਲਚ ਹੈ, ਇੰਨਾ ਹੀ ਨਹੀਂ ਛੱਡਿਆ ਖਾਣ ਦਾ ਲੱਭ। ਜੋੜਨ ਦਾ ਲੋਭ ਹੈ ਪਤੀ ਦੀ ਮਾਇਆ ਦੇ ਵਿੱਚੋਂ, ਤੇ ਥੋੜ੍ਹਾ ਥੋੜ੍ਹਾ ਕਰਕੇ ਚੋਰੀ ਕਰਕੇ ਤੇ ਕਹਿਣਾ ਤੇ ਮੇਰੀ ਮਾਂ ਨੇ ਦਿੱਤੇ ਨੇ ਗਹਿਣੇ, ਬਣਾ ਆਪਦੇ ਘਰੋਂ ਹੀ ਲੈਣੇ, ਨਾ ਕਿਸੇ ਦਾ ਰੱਖ ਲੈਣਾ। ਇਹ ਸਭ ਕੁਝ ਹੁੰਦਾ ਹੈ ਦੁਨੀਆ ਦੇ ਵਿੱਚ। ਜਿਸ ਬੀਬੀ ਨੂੰ ਖਾਣ ਦਾ ਲਾਲਚ ਨਹੀਂ ਗਿਆ, ਜੋੜਨ ਦਾ ਲੋਭ ਨਹੀਂ ਗਿਆ ਤੇ ਸਾਧਨਾ ਦਾ ਹੰਕਾਰ ਨਹੀਂ ਗਿਆ, ਇਹਦੇ 'ਚ ਹੀ ਮਸਤੀ ਹੋਈ ਹੈ। ਉਹ ਤਾਂ ਮਾਇਆ ਦੇ ਵਿੱਚ ਹੀ ਲੀਨ ਹੋਈ ਰਹਿੰਦੀ ਹੈ। ਹਾਏ ਪੈਸਾ ਹਾਏ ਪੈਸਾ, ਮਾਇਆ ਮਾਇਆ ਕਰ ਮੋਏ, ਮਾਇਆ ਕਿਸੇ ਨਾ ਸਾਥ। ਠੀਕ ਹੈ, ਗ੍ਰਸਤੀ ਨੂੰ ਮਾਇਆ ਦੀ ਲੋੜ ਹੁੰਦੀ ਹੈ, ਪਰ ਪੈਸਾ ਵੀ ਭਗਵਾਨ ਨਹੀਂ ਹੈ, ਇਹਨੇ ਨਾਲ ਨਹੀਂ ਜਾਣਾ ਹੈ। ਇਸ ਲਈ ਜੇ 100% ਬੰਦੇ ਦੇ ਮਨ ਦੇ ਵਿੱਚ ਕੋਈ ਮਤਲਬ ਹੈ ਤੇ 100 ਦੇ ਵਿੱਚੋਂ 80% ਜਿਹੜਾ ਹੈ ਉਹ ਮਾਇਆ ਦਾ ਲਾਲਚ ਚੱਲ ਜਾਂਦਾ, ਪਰ 20% ਪ੍ਰੇਮ ਹੋਣਾ ਚਾਹੀਦਾ। ਜੇ 100 ਦੀ ਬਜਾਏ 101% ਹੀ ਲਾਲਚ ਹੈ, ਮਤਲਬ ਹੈ, ਤਾਂ ਫਿਰ ਦੁਨੀਆ 'ਚ ਪ੍ਰੇਮ ਨਹੀਂ ਚੱਲਦਾ। ਉਹ ਜੀਵਨ ਜਿਹੜਾ ਹੈ ਅੱਜ ਵੀ ਖਤਮ ਹੈ, ਭਲਕੇ ਵੀ ਖਤਮ ਹੈ, ਰਸ ਨਹੀਂ ਰਹਿੰਦਾ। ਇਸ ਲਈ 100 ਚੋਂ 20% ਘੱਟੋ ਘੱਟ ਪ੍ਰੇਮ ਹੋਣਾ ਚਾਹੀਦਾ। ਗੁਰੂ ਘਰ ਦੇ ਵਿੱਚ ਵੀ ਐਸਾ ਹੈ, ਅਸੀਂ ਗ੍ਰਸਤੀ ਲੋਕ ਸਾਡੀਆਂ ਲੋੜਾਂ ਨੇ, ਜਿਸ ਕਰਕੇ ਆਪਾਂ ਅਰਦਾਸ ਕਰਨ ਆਉਂਦੇ ਹਾਂ, ਪਰ ਘੱਟੋ ਘੱਟ 20-25% ਪ੍ਰੇਮ ਲੈ ਕੇ ਆਈਏ, ਸ਼ਰਧਾ ਲੈ ਕੇ ਆਈਏ, ਤਾਂ ਹੀ ਅਰਦਾਸ ਪੂਰੀ ਹੋਏਗੀ। ਜੇ ਨਿਰਾ ਮਤਲਬ ਹੀ ਹੈ ਵੀ ਮਸਲਾ ਹੱਲ ਹੋਇਆ ਤੇ ਚਲੋ ਤੂੰ ਕੌਣ ਦੇ ਮੈਂ ਕੌਣ, ਫਿਰ ਗੱਡੀ ਨਹੀਂ ਚੱਲਦੀ ਬਹੁਤਾ ਲੰਬਾ ਸਮਾਂ। ਮਾਇਆ ਤੇਲਾ ਤਾਂ ਬੰਦਾ ਚੁਰਾ ਕੇ ਲਿਜਾ ਸਕਦਾ, ਖਾਣ ਪੀਣ ਦਾ ਚੱਲੀ ਜਾਂਦਾ ਤੋਰੀ ਫੁਲਕਾ, ਤੇ ਪਰ ਪਤੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਜਿਹੜਾ ਅਸਲੀ ਗੁਰੂ ਘਰ ਦੀ ਬਖਸ਼ਿਸ਼ ਹੈ, ਮਹਾਰਾਜ ਦੇ ਦਰਸ਼ਨ ਨਹੀਂ ਹੁੰਦੇ। ਇਹਨਾਂ ਗੱਲਾਂ ਕਰਕੇ ਰੱਬ ਨੂੰ ਨਹੀਂ ਪਾਈਦਾ। ਜਗਿਆਸੁ ਰੂਪ ਇਸਤਰੀ ਅਗਿਆਤ ਨਿਆਣੀ ਹੋ ਰਹੀ ਹੈ, ਫਿਰ ਮਹਾਰਾਜ ਤੁਸੀਂ ਦੱਸੋ ਵੀ ਕਿਵੇਂ ਪਾਈਏ। ਜੋ ਪਰਮੇਸ਼ਰ ਦੇ ਆਨੰਦ ਵਾਲੀਆਂ ਮਹਾਤਮਾ ਰੂ ਸੁਹਾਗ ਮੰਦੀਆਂ, ਉਹਨਾਂ ਕੋਲੋਂ ਜਾ ਕੇ ਪੁੱਛੋ।
ਪਾਈਆ ਕਿ ਕਿੰਨਾਂ ਗੱਲਾਂ ਕਰਕੇ ਪਤੀ ਪਰਮੇਸ਼ਰ ਪਾਈ ਦਾ ਹੈ। ਅੱਗੋਂ ਉੱਤਰ ਦੇਣਗੀਆਂ ਕਿ ਜੋ ਕਿਸ ਕਰੇ ਸੋ ਭਲਾ ਕਰ ਮਾਨੀਆ ਹੇ ਜਗਿਆਸੂ ਰੂਪ ਸਖੀਓ, ਉਹ ਪਤੀ ਪਰਮੇਸ਼ਰ ਜਿਹੜਾ ਕੁਝ ਵੀ ਕਰਤੱਵ ਕਰਦਾ ਉਹ ਚੰਗਾ ਕਰਕੇ ਮੰਨੀਏ। ਹੁਕਮ ਚੁਕਾਈਆ ਹਰ ਆਪਣੀ ਚਤੁਰਾਈ ਤੇ ਹੁਕਮ ਨੂੰ ਦੂਰ ਕਰ ਦਈਏ। ਜਾ ਕੈ ਪ੍ਰੇਮ ਪਦਾਰਥ ਪਾਈਆ ਜਿਨ੍ਹਾਂ ਸਤਿਗੁਰਾਂ ਦੇ ਪਾਸੋਂ ਪ੍ਰੇਮ ਰੂਪੀ ਅਮੋਲਕ ਪਦਾਰਥ ਪ੍ਰਾਪਤ ਕਰੀਦਾ ਹੈ। ਚਰਣੀ ਚਿਤਾ ਲਾਈਆ ਤਿੰਨਾਂ ਗੁਰਾਂ ਦੇ ਚਰਨ ਕਮਲਾਂ ਚਾਪ ਦੇ ਮਨ ਚਿੱਤ ਨੂੰ ਲਾਉਣਾ ਕਰੀਏ, ਭਾਵ ਜੋੜਨਾ ਕਰੀਏ। ਸਾਹੋ ਕਹੈ ਸੋ ਕੀਚੈ ਤਨ ਮਨੋ ਦੀਜੈ ਜੋ ਪਤੀ ਪਰਮੇਸ਼ਰ ਆਗਿਆ ਕਹਿੰਦਾ ਉਹੀ ਸੱਤ ਕਰਕੇ ਮੰਨੀਏ। ਆਪ ਦਾ ਸਰੀਰ ਤੇ ਮਨ ਇਹ ਵੀ ਭੇਟਾ ਕਰੀਏ। ਐਸਾ ਪਰਮਨ ਲਾਈਆ ਅਜਿਹਾ ਗੁਣ ਧਾਰਨ ਕਰਨ ਰੂਪ ਚੰਦਨ ਘਸਾ ਕੇ ਲਾਈਏ। ਸੈਂਟ ਲਾਉਣ ਦੀ ਮਰਜ਼ਾਦਾ ਨਹੀਂ ਹੈ। ਮੈਨੂੰ ਤਾਂ ਕੋਈ ਜੇ ਸੈਂਟ ਦੀ ਸ਼ੀਸ਼ੀ ਦੇ ਵੀ ਦੇ ਤੇ ਉਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਭੇਟਾ ਕਰ ਦੇਈਦੀ ਹੈ ਵੀ ਸਾਥੋਂ ਮਹਾਰਾਜ ਸੱਚੇ ਪਾਤਸ਼ਾਹ ਚੰਗਾ ਹੈ। ਸਾਡੇ ਤਾਂ ਕੱਪੜੇ ਅਗਲੇ ਦਿਨ ਫਿਰ ਧੋਣੇ ਪੈਣਗੇ। ਸਰੀਰ ਮਿੰਟ ਕੁ ਬਾਅਦ ਮੁੜਕਾ ਆਉਣ ਤੋਂ ਖੇ ਖਰਾਬ। ਇਹ ਤਾਂ ਬਰਬਾਦੀ ਹੈ। ਸੈਂਟ ਸੁੰਡ ਲਾਉਣ ਦਾ ਕੋਈ ਮਤਲਬ ਹੈ ਹੀ ਨਹੀਂ। ਅਤੇ ਇਸ ਵਾਸਤੇ ਮਹਾਰਾਜ ਦੇ ਸੈਂਟ ਛਿੜਕੋ ਸੱਚੇ ਪਾਤਸ਼ਾਹ। ਜਿਹੜੀ ਸੁਗੰਧੀ ਹੈ ਸੰਗਤ ਦੇ ਉੱਪਰ, ਸਾਧ ਸੰਗਤ ਜੀ ਫੁੱਲਾਂ ਦੀ ਵਰਖਾ ਕਰੀਏ, ਜਿਹੜੀ ਇੱਕ ਪੂਜਾ ਦੇ ਰੂਪ ਦੇ ਵਿੱਚ ਹੈ, ਗੁਰੂ ਸਾਹਿਬ ਦੀ ਪ੍ਰਸੰਨਤਾ ਦਾ ਕਾਰਨ ਹੈ। ਇਸ ਲਈ ਜੋ ਚੰਦਨ ਘਸਾ ਕੇ ਲਾਉਣਾ ਇਹਦੇ ਨਾਲ ਕੋਈ ਖੁਸ਼ੀ ਨਹੀਂ ਮਿਲਦੀ ਹੈ। ਗੁਣਾਂ ਰੂਪੀ ਸੁਗੰਧੀ ਹੋਣੀ ਚਾਹੀਦੀ ਹੈ। ਬੱਦਾ ਲਾਗੋਂ ਦੀ ਲੰਘੇ ਅਤੇ ਨਾਸਾਂ ਦੇ ਵਿੱਚ ਸੈਂਟ ਦਾ ਧੂੰਆਂ ਨਾ ਛੱਡੇ। ਅਤੇ ਕਈ ਇੰਨਾ ਉਹ ਸੜਦੇ ਛਿੱਕਾਂ ਆਉਣ ਲੱਗ ਪੈਂਦੀਆਂ। ਗੁਣਾਂ ਦੀ ਸੁਗੰਧੀ ਆਉਣੀ ਚਾਹੀਦੀ ਹੈ। ਤੋ ਇਸ ਵਾਸਤੇ ਗੁਣਾਂ ਰੂਪੀ ਸੁਗੰਧੀ ਧਾਰਨ ਕਰੀਏ। ਇਹ ਮਹਾਰਾਜ ਦਾ ਹੁਕਮ ਹੈ। ਏਵ ਕਾਇ ਸੋ ਹਾਗਣ ਪੈਣੇ ਇਹ ਨਾ ਸੋਚਿਓ ਵੀ ਮਾਈਆਂ ਬੀਬੀਆਂ ਵੀ ਸਾਡੇ 'ਤੇ ਤਵਾ ਲਾਤਾ। ਇਹ ਪੰਜਾਬੀ ਠੇਠ ਬੋਲੀ ਹੈ। ਤਵਾ ਤੁਵਾ ਨਹੀਂ ਜੇ, ਇਹ ਤਾਂ ਮਹਾਰਾਜ ਦੀ ਬਾਣੀ ਹੈ, ਸੱਚੇ ਪਾਤਸ਼ਾਹ ਜੀ ਦੀ ਕਥਾ ਹੈ। ਇਸ ਲਈ ਆਪਾਂ ਇੱਕ ਪਰਿਵਾਰ ਹਾਂ ਅਤੇ ਮਹਾਰਾਜ ਨੇ ਭੈਣੇ ਅੱਖਰ ਵਰਤੇ ਆ ਵੀ ਮੇਰੀਏ ਭੈਣੇ। ਭੈਣਾਂ ਨੂੰ ਪਿਆਰ ਦੇ ਨਾਲ ਸਿਕਸ਼ਾ ਦੇਈਦੀ ਹੈ। ਭੈਣ ਇਹ ਭੈ ਦੇ ਵਿੱਚ ਰਹਿਣ ਵਾਲੇ ਜਗਿਆਸੂ ਇੰਜ ਪਰਮੇਸ਼ਰ ਦੇ ਆਨੰਦ ਵਾਲੀਆਂ ਮਹਾਤਮਾ ਰੂਪ ਸੁਹਾਗਮੰਦੀਆਂ ਕਹਿੰਦੀਆਂ ਹਨ। ਮੇਰੀ ਬਾਤੇ ਸਾਹੋ ਪਾਈਆ ਇਹਨਾਂ ਗੱਲਾਂ ਕਰਕੇ ਪਤੀ ਪਰਮੇਸ਼ਰ ਪ੍ਰਾਪਤ ਕਰੀਦਾ ਹੈ। ਭਗਵਾਈਆ ਤਾਂ ਸਾਹੋ ਪਾਈਆ ਜੇ ਹੰਕਾਰ ਦੀਆਂ ਗੱਲਾਂ ਵੀ ਕਰੀ ਜਾਓ ਤੇ ਕਦੇ ਵੀ ਰੱਬ ਦੀ ਖੁਸ਼ੀ ਵੀ ਮਿਲ ਜਾਏ, ਇਸ ਤਰ੍ਹਾਂ ਨਹੀਂ। ਆਪਾ ਭਾਵ ਹੰਕਾਰ ਗਵਾ ਦਈਏ ਤਾਂ ਪਤੀ ਪਰਮੇਸ਼ਰ ਪਾਈਦਾ ਹੈ। ਹੋਰ ਕੈਸੀ ਚਤੁਰਾਈ ਕਿਸੇ ਪ੍ਰਕਾਰ ਦੀ ਹੋਰ ਕੀ ਚਲਾਕੀ, ਸਭ ਚਲਾਕੀ ਵਿਅਰਥ ਕਿਸੇ ਕੰਮ ਨਹੀਂ ਆਉਂਦੇ। ਸੋ ਨਦਰ ਕਰ ਦੇਖਾ ਸੋ ਦਿਨ ਲੇਖਾ ਜਦ ਪਤੀ ਪਰਮੇਸ਼ਰ ਆਪ ਦੀ ਕਿਰਪਾ ਭਰੀ ਨਿਗਾਹ ਪਾ ਕੇ ਵੇਖਦਾ, ਉਹ ਲੇਖਿਆ ਪ੍ਰਵਾਨਗੀ 'ਚ ਪੈਂਦਾ ਹੈ। ਜਾਂ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਗਿਆਨ ਰੂਪ ਦੇਣ ਲੇਖੇ ਵਿੱਚ ਪੈਂਦਾ ਹੈ। ਮਨ ਨਾਉ ਨਿਤ ਪਾਈ ਔਰ ਜਗਿਆਸੂ ਰੂਪ ਇਸਤਰੀ ਨੌ ਨਿਧੀਆਂ ਜਾਂ ਨਮਤਾ ਭਗਤੀ ਨੂੰ ਪ੍ਰਾਪਤ ਕਰ ਲੈਂਦੇ, ਜਾਂ ਨੌ ਗੋਲਕਾਂ ਦੀ ਆਸਰ ਰੂਪ ਪਰਮੇਸ਼ਰ ਨੂੰ ਪ੍ਰਾਪਤ ਕਰ ਲਈਦਾ ਹੈ। ਪਾਣੇ ਕੰਤ ਪਿਆਰੀ ਸਾ ਸੁਹਾਗਣ ਜੋ ਜਗਿਆਸੂ ਰੂਪ ਇਸਤਰੀ ਆਪਣੇ ਪਤੀ ਪਰਮੇਸ਼ਰ ਨੂੰ ਪਿਆਰੀ ਲੱਗੀ, ਉਹੀ ਪਰਮੇਸ਼ਰ ਦੇ ਆਨੰਦ ਵਾਲੀ ਸੁਹਾਗਮੰਤੀ ਹੋਈ ਹੈ। ਨਾਨਕ ਸਾਰ ਸਪਰਾਈ ਉਹੀ ਸ਼ੁਭ ਗੁਣਾ ਰੂਪੀ ਸਹਿਤ ਭਰਾਵਾਂ ਦੀ ਹੈ, ਜਾਂ ਸਭ ਰਾਈ ਪ੍ਰਧਾਨ ਰਾਣੀ ਹੈ। ਸਾ ਕੁਲਵੰਤੀ ਸਾ ਸਭ ਰਾਈ, ਜੋ ਪਿਰਕੈ ਰੰਗ ਸਵਾਰੀ ਜੀਓ।
ਜੋ ਅਜਿਹੇ ਪ੍ਰੇਮ ਰੰਗ ਚਰੰਗੀ ਸ਼ਾਂਤੀ ਗਿਆਨ ਦੀ ਮਸਤੀ 'ਚ ਭਿੱਜੀ ਹੋਈ ਹੈ। ਜਿਸ ਭਏ ਸਮਾਣੀ ਫਿਰ ਰਾਤ ਦਿਨ ਜਿਸ ਦੀ ਬਿਰਤੀ ਪਤੀ ਪਰਮੇਸ਼ਰ ਦੇ ਪ੍ਰੇਮ 'ਚ ਸਮਾਈ ਮਿਲੀ ਰਹਿੰਦੀ ਹੈ। ਸੁੰਦਰ ਸਾਈ ਸਰੂਪ ਵਿਚਖਣਾ ਉਹੀ ਸੱਚਿਤ ਆਨੰਦੀ ਪ੍ਰਾਪਤੀ ਵਾਲੀ ਸੋਹਣੀ ਹੈ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਤਨ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਓ। ਇਸ ਲਈ ਚਿਹਰੇ ਦਾ ਰੰਗ ਰੂਪ ਕੋਈ ਬੰਦੇ ਨੂੰ ਸੋਹਣਾ ਨਹੀਂ ਬਣਾਉਂਦਾ। ਸੋਹਣੇ ਤਾਂ ਅਮਰੀਕਾ ਕੈਨੇਡਾ ਵਾਲੇ ਵੀ ਬਥੇਰੇ ਨੇ, ਪਰ ਲੜਾਈਆਂ ਤਾਂ ਉੱਥੇ ਵੀ ਹਨ। ਤੇ ਇਸ ਵਾਸਤੇ ਇੰਡੀਆ ਦੇ ਵਿੱਚ ਭਗਤੀ ਹੈ, ਪ੍ਰੇਮ ਹੈ, ਮੇਲ ਮਿਲਾਪ ਹੈ। ਇਸ ਕਰਕੇ ਇੱਥੋਂ ਦੀ ਜਨਤਾ ਦੇ ਵਿੱਚ ਉਹਨਾਂ ਲੋਕਾਂ ਦੇ ਨਾਲੋਂ ਮੇਲ ਮਿਲਾਪ ਕਰਕੇ ਕਈ ਗੁਣ ਵੱਧ ਹਨ। ਸੋ ਪੈਸਾ ਹੀ ਸਭ ਕੁਝ ਨਹੀਂ ਹੁੰਦਾ, ਬੰਦੇ ਦਾ ਮੇਲ ਮਿਲਾਪ ਵੀ ਹੈ। ਤੇ ਇਸ ਲਈ ਸੰਗਤ ਦੇ ਵਿੱਚ ਮਹਾਰਾਜ ਕਹਿੰਦੇ ਜਿਹੜੇ ਬੈਠ ਕੇ ਬਾਣੀ ਸੁਣਦੇ ਨੇ, ਕਥਾ ਕੀਰਤ 'ਚ ਮਨ ਟਿਕਾਉਂਦੇ ਨੇ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਧਨ ਜਿਨੀ ਸੰਜਿਆ ਸਹੀ ਗੰਭੀਰ ਅਪਾਰ ਜੀਓ। ਇਸ ਲਈ ਹਰ ਅਮਿਓ ਰਸਾਇਨ ਪੀਵੀਐ ਜਿਸ ਡਿਠੈ ਮੋਹਿ ਡਿਠੈ ਜਿਸ ਕਾ ਜੀਵੀਐ। ਤੋ ਇਸ ਤਰ੍ਹਾਂ ਪਾਤਸ਼ਾਹ ਦਾ ਹੁਕਮ ਹੈ। ਉਹੀ ਸੁੰਦਰ ਸਰੂਪ ਵਾਲੀ ਅਤੇ ਸ੍ਰੇਸ਼ਟ ਅਕਲ ਵਾਲੀ ਜਗਿਆਸੂ ਰੂਪ ਇਸਤਰੀ ਜਾਂ ਵਿਵੇਕ ਬੈਰਾਗ ਰੂਪ ਸ੍ਰੇਸ਼ਟ ਨੇਤਰਾਂ ਵਾਲੀ ਉਹੀ ਸ਼ਾਸਤਰ ਗਿਆਨ ਪਰਮਾਰਥ ਦੇ ਵਿੱਚ ਸਿਆਣਪ ਦੇ ਵਾਲੀ ਕਹੀ ਦੀ ਹੈ, ਜਿਹਦੇ ਵਿੱਚ ਸ਼ੁਭ ਗੁਣ ਹੋਣ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ, ਇਹ ਉਪਦੇਸ਼ ਸਾਡੇ ਹਿਰਦਿਆਂ 'ਤੇ ਅਸਰ ਕਰ ਜਾਏ ਅਤੇ ਅਸੀਂ ਵੀ ਇਹਦੀ ਕਮਾਈ ਕਰਕੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮੇਲੇ ਦੀ ਦਾਤ ਨੂੰ ਪ੍ਰਾਪਤ ਕਰ ਸਕੀਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ। ਇਹੀ ਗੱਡੀ ਦੀ ਚਾਬੀ ਹੈ? ਨਹੀਂ, ਚਾਬੀ ਦਾ ਪਤਾ ਕਿਵੇਂ ਲੱਗਾ? ਅੱਛਾ ਅੱਛਾ, ਹਾਂਜੀ, ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ। ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਭਾਏ ਸਮਾਣੀ ਸੁੰਦਰ ਸਾਈ ਸਰੂਪ ਵਿਚਖਣਾ ਕਹੀਐ ਸਾਸ ਆਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਪ੍ਰੇਮੀ ਦੀ ਗੱਡੀ ਦੀ ਚਾਬੀ ਮੇਰੇ ਪਾਸ ਪਹੁੰਚੀ ਹੈ।